हाँ जी, ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਮੇਰੇ ਨਾਲ ਸਾਡੀ ਟੀਮ ਦੇ ਮੈਂਬਰ ਡਾਕਟਰ ਹਰਦੀਪ ਅਟਵਾਲ ਜੀ ਜੁੜ ਗਏ ਨੇ। ਅੱਜ ਅਸੀਂ ਵਿਸ਼ੇਸ਼ ਪ੍ਰੋਗਰਾਮ ਜਿਹੜਾ ਅਸੀਂ ਕੱਲ ਵੀ ਅਨਾਉਂਸ ਕੀਤਾ ਸੀ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਏ ਹਾਂ। ਉਹ ਗੱਲਬਾਤ ਅਸੀਂ ਕਰਨੀ ਆ ਇੱਕ ਦੌਰ ਜਿਹੜਾ ਸਾਡੇ ਸਮਾਜ ਦੇ ਉੱਤੇ, ਟੋਟਲ ਦੁਨੀਆ ਦੇ ਸਮਾਜ ਦੇ ਉੱਤੇ ਕਾਲੇ ਧੱਬੇ ਦੀ ਤਰ੍ਹਾਂ ਸਲੇਵਰੀ ਸਿਸਟਮ ਤੇ ਸਲੇਵਰੀ ਸਿਸਟਮ ਤੋਂ ਮੁਕਤੀ ਕਿਵੇਂ ਕਿਵੇਂ ਹੋਈ। ਖਾਸ ਕਰਕੇ ਕੈਨੇਡੀਅਨ ਸੰਦਰਭ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਕੈਨੇਡਾ ਦੇ ਵਿੱਚ ਇਮੈਂਸੀਪੇਸ਼ਨ ਡੇ ਜਿਹੜਾ 1 ਅਗਸਤ ਨੂੰ ਮਨਾਇਆ ਜਾਏਗਾ, ਉਹਦੇ ਲਈ ਇੱਕ ਬਿੱਲ ਵੀ ਪਾਸ ਹੋਇਆ ਤੇ ਪਹਿਲਾਂ ਇਹ ਅੰਟਾਰੀਓ ਵਿੱਚ ਮਨਾਇਆ ਜਾਂਦਾ ਸੀ ਮੁਕਤੀ ਦਿਵਸ ਸਲੇਵਰੀ ਤੋਂ। ਇਹਦੇ ਤੇ ਇੱਕ ਬਹੁਤ ਵੱਡੀ ਸਾਡੇ ਸਮਾਜ ਦੀ ਬੁਰਾਈ ਸੀਗੀ, ਇਹ ਕਿਵੇਂ ਪੈਦਾ ਹੋਈ, ਇਹਦੇ ਕਿਹੜੇ ਪੜਾਅ ਸੀ, ਇਹਦੇ ਬਾਰੇ ਡਿਟੇਲ ਵਿੱਚ ਰਿਸਰਚ ਕਰਕੇ ਡਾਕਟਰ ਸਾਹਿਬ ਜਿਹੜੇ ਆ ਉਹ ਲੈ ਕੇ ਆਏ ਨੇ, ਸਾਡੀ ਟੀਮ ਦੇ ਮੈਂਬਰ ਨੇ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ। ਡਾਕਟਰ ਅਟਵਾਲ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਹਾਂਜੀ ਗਿਲ ਸਾਹਿਬ, ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਸਾਰੇ ਸਰੋਤਿਆਂ ਨੂੰ ਤੇ ਬਹੁਤ ਧੰਨਵਾਦ ਤੁਹਾਡਾ ਹਾਂਜੀ ਦਿੱਤਾ ਇਸ ਵਿਸ਼ੇ ਤੇ, ਇੱਕ ਅਹਿਮ ਵਿਸ਼ੇ ਤੇ ਗੱਲ ਕਰਨ ਦਾ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਹੀ ਗੰਭੀਰ ਮੁੱਦਾ ਔਰ ਬੜਾ ਇੰਪੋਰਟੈਂਟ ਮੁੱਦਾ ਵੀ ਆ ਸਾਡੇ ਇਸ ਸਿਸਟਮ ਦੇ ਵਿੱਚ ਜਿਹੜੇ 'ਚ ਅਸੀਂ ਰਹਿ ਰਹੇ ਹਾਂ। ਅਸਲ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਜਿਵੇਂ ਅਸੀਂ ਇੱਕ ਸ਼ੁਰੂ ਤੋਂ ਮਾਨਤਾ ਹੈ ਕਿ ਜਿਹੜੀ ਸਲੇਵਰੀ ਸਿਸਟਮ ਸੀਗਾ ਉਹ ਇਨਸਾਨੀਅਤ ਦੇ ਉੱਤੇ ਇੱਕ ਬੜਾ ਵੱਡਾ ਧੱਬਾ ਸੀਗਾ। ਅਸੀਂ ਜਦੋਂ ਭਾਰਤ ਵਿੱਚ ਰਹਿੰਦੇ ਸੀਗੇ ਤੇ ਭਾਰਤ ਦੀ ਅਸੀਂ ਮਨੂ ਸਿਮਰਤੀ ਦੀਆਂ ਗੱਲਾਂ ਕਰਦੇ ਸੀ, ਜਿਹੜੀਆਂ ਲਗਭਗ ਸਲੇਵਰੀ ਵਰਗੀ ਹੀ ਭਾਸ਼ਾ ਦੇ ਵਿੱਚ ਉਹਨੂੰ ਦੂਜੇ ਤਰੀਕੇ ਨਾਲ ਕੀਤਾ ਗਿਆ। ਸ਼ਾਇਦ ਇਸ ਸਿਸਟਮ ਤੋਂ ਵੀ ਪੁਰਾਤਨ ਸਿਸਟਮ ਭਾਰਤੀ ਜਿਹੜੀ ਵਿਚਾਰਧਾਰਾ ਆ ਉਹਦੇ ਵਿੱਚ ਚੱਲਿਆ ਆ ਰਿਹਾ ਸੀਗਾ। ਮੈਂ ਦੋਵਾਂ ਦਾ ਜੋੜ ਤਾਂ ਨਹੀਂ ਕਰਾਂਗਾ ਕਿਉਂਕਿ ਉਹਦੇ ਪਿੱਛੇ ਕੁਝ ਇੱਕ ਧਾਰਮਿਕ ਰੰਗਤ ਹੈ ਜਾਂ ਕੁਝ ਹੋਰ ਚੀਜ਼ਾਂ ਨੇ, ਪਰ ਮੈਨੂੰ ਕਦੀ ਕਦੀ ਲੱਗਦਾ ਹੁੰਦਾ ਕਿ ਉਹ ਵੀ ਮਨੂ ਸਿਮਰਤੀ ਵੀ ਸਲੇਵਰੀ ਸਿਸਟਮ ਦਾ ਹੀ ਇੱਕ ਪਾਰਟ ਹੈ। ਤੁਹਾਡੇ ਕੋਲ ਅੱਗੇ ਜਾ ਕੇ ਪੁੱਛ ਲਾਂਗੇ। ਪਰ ਜਿਹੜਾ ਇਹ ਸੱਭਿਅਕ ਸਮਾਜ ਹੈ ਜਿੱਥੇ ਅਸੀਂ ਬੈਠੇ ਹੋਏ ਹਾਂ, ਇਹਦੇ ਵਿੱਚ ਇਹ ਸਿਸਟਮ ਲੰਬਾ ਸਮਾਂ ਚੱਲਿਆ। ਯੂਰਪ ਤੋਂ ਇਹ ਆਇਆ, ਨਾਰਥ ਅਮਰੀਕਨ ਸਬ ਕੰਟੀਨੈਂਟ 'ਚ ਆਇਆ ਔਰ ਇਹਦੇ ਤੇ ਆਪਾਂ ਬਹੁਤ ਸਾਰੇ ਅਸੀਂ ਸੁਣੀਆਂ ਨੇ, ਡਿਬੇਟ ਸੁਣੀਆਂ ਨੇ, ਬਹੁਤ ਸਾਰੇ ਲੋਕਾਂ ਦੇ ਵਿਚਾਰ ਆਰਟੀਕਲ ਪੜ੍ਹੇ ਸੁਣੇ ਨੇ ਤੇ ਅਸੀਂ ਇਹ ਜਾਣਦੇ ਹਾਂ ਕਿ ਇਸ ਸੱਭਿਅਕ ਸਮਾਜ ਦੇ ਉੱਤੇ ਇੱਕ ਬੜਾ ਵੱਡਾ ਇਹ ਧੱਬਾ ਸੀਗਾ ਜਿਸ 'ਚੋਂ ਹੌਲੀ ਹੌਲੀ ਇਹ ਸਮਾਜ ਬਾਹਰ ਆਇਆ। ਇਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ। ਸੋ ਸ਼ੁਰੂਆਤ ਤੁਸੀਂ ਕਿੱਥੋਂ ਕਰਨੀ ਚਾਹੋਗੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ? ਹਾਂਜੀ ਦੇਖੋ ਗਿਲ ਸਾਹਿਬ, ਇਹ ਚਲੋ ਇੱਕ ਚੰਗੀ ਗੱਲ ਆ ਕਿ ਹੁਣ ਕੈਨੇਡੀਅਨ ਗਵਰਨਮੈਂਟ ਨੇ ਬਕਾਇਦਾ ਪਾਰਲੀਮੈਂਟ ਦੇ ਵਿੱਚ ਜਿਹੜੇ ਯੂਨੈਨਿਮਸਲੀ ਮੈਜੋਰਟੀ ਦੇ ਨਾਲ, ਸਾਰੇ ਮੈਜੋਰਟੀ ਕੀ ਮਤਲਬ ਯੂਨੈਨਿਮਸਲੀ ਇਹ ਬਿੱਲ ਜਿਹੜਾ ਪਾਸ ਕੀਤਾ ਹੈਗਾ ਕਿ ਅਸੀਂ 1 ਅਗਸਤ ਦਾ ਦਿਨ ਆਪਣੇ ਉਸ ਦੱਬੀ ਕੁਚਲੀ ਹੋਈ ਜਿਹੜੀ ਜਨਤਾ ਹੈਗੀ ਆ, ਜਿਨ੍ਹਾਂ ਨੂੰ ਸਲੇਵ ਦੇ ਰੂਪ ਦੇ ਵਿੱਚ ਧੱਕੇ ਧੌੜਿਆਂ ਦਾ ਸਾਹਮਣਾ ਕਰਨਾ ਪਿਆ, ਉਹ ਯਾਦ ਨੂੰ, ਹਿਸਟਰੀ ਨੂੰ ਦੁਬਾਰਾ ਸਮਝਣ ਲਈ ਸਾਨੂੰ ਤੇ ਇਹ 1 ਅਗਸਤ ਦਾ ਦਿਨ ਸਾਰੇ ਕੈਨੇਡਾ ਪੱਧਰ ਤੇ ਮਨਾਇਆ ਜਾਇਆ ਕਰੋ। ਤੇ ਤੁਸੀਂ ਐਮੈਂਸੀਪੇਸ਼ਨ ਡੇ ਜਿਹਦਾ ਨਾਮ ਇਹ ਹੈਗਾ, ਇਹ ਕਾਫੀ ਦੇਰ ਦਾ ਮਨਾਇਆ ਜਾਂਦਾ, ਪਰ ਮੇਰਾ ਖਿਆਲ ਆ ਕਿ ਆਪਣੇ ਜਿਹੜੇ ਕੈਨੇਡੀਅਨ ਲੋਕ ਨੇ ਉਹਨਾਂ ਨੂੰ ਬਹੁਤ ਘੱਟ ਇਸ ਗੱਲ ਦਾ ਪਤਾ ਹੈਗਾ ਕਿ ਐਮੈਂਸੀਪੇਸ਼ਨ ਡੇ 1 ਅਗਸਤ ਨੂੰ ਜਿਹੜਾ ਆਪਣੇ ਕੈਨੇਡਾ ਦੀ ਧਰਤੀ ਦੇ ਉੱਤੇ ਮਨਾਇਆ ਜਾਂਦਾ ਹੈ ਜੀ। ਇਹ ਗੱਲ ਵੱਖਰੀ ਆ ਕਿ ਹੁਣ ਤੱਕ ਜਿਹੜਾ ਆਪਣਾ ਅੰਟਾਰੀਓ ਸੂਬਾ ਹੈਗਾ ਇਹਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਸੀ ਤੇ ਉਹਦੇ ਵਿੱਚ ਦੂਜੀ ਗੱਲ ਇਹ ਸੀ ਕਿ ਇਸ ਦੇ ਨਾਮ ਵੀ ਜਿਹੜੇ ਸੀ ਉਹ ਵੱਖਰੇ ਵੱਖਰੇ ਦੇ ਤੌਰ ਤੇ ਲੋਕਲ ਜਿਵੇਂ ਆਪਾਂ ਕਹਿ ਸਕਦੇ ਹਾਂ ਨਾਮਾਂ ਦੇ ਨਾਲ ਜਿਹੜਾ ਸੀ ਉਹ ਮਨਾਇਆ ਜਾਂਦਾ ਰਿਹਾ ਹੈਗਾ। ਤੇ ਤੁਹਾਨੂੰ ਮੈਂ ਦੱਸਦਾ ਕਿ ਜਿਵੇਂ ਇਹ ਅਲੱਗ-ਅਲੱਗ ਜਿਹੜੇ ਦਿਨ ਨੇ, ਜਿਵੇਂ ਤੇ ਆਟਵਾ ਦੇ ਵਿੱਚ ਜਿਹੜਾ ਹੈਗਾ ਇਹਦਾ ਨਾਮ ਰੱਖਿਆ ਕੋਲੋਨਲ ਬਾਏ ਡੇ, ਇਹਦਾ ਨਾਮ ਸੀਗਾ ਜੀ। ਤੇ ਬਰਲਿੰਗਟਨ ਦੇ ਵਿੱਚ ਯੋਸਫ ਬ੍ਰਾਂਟ ਡੇ ਦੇ ਨਾਮ ਨਾਲ ਮਨਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਗੁਇਲਫ ਸਿਟੀ ਦੇ ਵਿੱਚ ਇਹ ਜੌਨ ਗੈਲਟ ਡੇ ਦੇ ਰੂਪ ਚ ਮਨਾਇਆ ਜਾਂਦਾ ਰਿਹਾ ਤੇ ਆਪਣੇ ਪ੍ਰਿੰਸ ਤੋਂ ਬਾਹਰ ਵੀ ਕਈ ਥਾਵਾਂ ਦੇ ਉੱਤੇ ਨੇਟਲ ਡੇ ਦੇ ਨਾਮ ਇਹਦਾ ਰੱਖਿਆ ਗਿਆ ਹੈਗਾ, ਜਿਵੇਂ ਨਵਾਂ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਲੈਂਡ ਨੇ, ਉੱਥੇ ਇਹਦਾ ਨਾਮ ਨੇਟਲ ਡੇ ਰੱਖਿਆ ਗਿਆ ਸੀਗਾ। ਤੇ ਇਸੇ ਤਰ੍ਹਾਂ ਨਿਊਫਿਨਲੈਂਡ ਤੇ BC ਦੇ ਵਿੱਚ ਇਹਦਾ ਨਾਮ ਰਿਗਾਟਾ ਡੇ ਰੱਖਿਆ ਗਿਆ। ਕਹਿਣ ਦਾ ਮਤਲਬ ਆ ਕਿ ਹੈਗਾ ਹੈ ਐਮੈਂਸੀਪੇਸ਼ਨ ਡੇ ਹੀ ਸੀਗਾ, ਪਰ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜਾ ਲੋਕਲ ਲੈਵਲ ਤੇ ਹੀ ਦਿਨ ਸਮਝ ਲਓ ਮਨਾਇਆ ਜਾਂਦਾ ਸੀਗਾ
ਤੇ ਇਸ ਕਰਕੇ ਬਹੁਤੇ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਲੇਵਰੀ ਸਿਸਟਮ ਜਿਹੜਾ ਕੈਨੇਡਾ ਦੇ ਵਿੱਚ ਇੱਥੇ ਸਦੀਆਂ ਤੋਂ ਰਿਹਾ, ਜਿਹਦੇ ਵਿੱਚ ਸਾਡੀ ਜਿਹੜੀ ਬਲੈਕ ਅਫਰੀਕਨ ਕਮਿਊਨਿਟੀ ਦੇ ਲੋਕ ਸੀਗੇ ਉਹਨਾਂ ਨੂੰ ਇੱਕ ਸਟੇਟ ਦੇ ਰੂਪ ਦੇ ਵਿੱਚ, ਸਲੇਵ ਦੇ ਰੂਪ 'ਚ ਵੇਚਿਆ ਖਰੀਦਿਆ ਜਾਣਾ ਤੇ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਵਾਉਣਾ ਐਜ਼ ਏ ਸਲੇਵ ਜਿਹੜਾ ਹੈ, ਉਹ ਕੈਨੇਡਾ ਦੇ ਵਿੱਚ ਵੀ ਇਹ ਸਿਸਟਮ ਸੀਗਾ, ਜਿਹਦੇ ਲਈ ਮੁਕਤੀ ਦੇ ਲਈ ਵੱਖੋ ਵੱਖਰੇ ਸਮੇਂ ਦੇ ਉੱਤੇ ਜਿਹੜੇ ਸੀ ਕਾਨੂੰਨ ਬਣੇ, ਲੋਕਾਂ ਨੇ ਆਵਾਜ਼ ਉਠਾਈ, ਜਿਹਦਾ ਨਤੀਜਾ ਇਹ ਸੀ ਕਿ ਹੌਲੀ ਹੌਲੀ ਜਿਹੜਾ ਸੀ ਸਲੇਵਰੀ ਸਿਸਟਮ ਜਿਹੜਾ ਕੈਨੇਡਾ ਦੇ ਵਿੱਚ ਵੀ ਖਤਮ ਹੋਇਆ। ਤੇ ਅੱਜ ਅਸੀਂ ਜਿਸ ਧਰਤੀ ਦੇ ਉੱਤੇ ਰਹਿ ਰਹੇ ਹੈਗੇ ਹਾਂ, ਇੱਥੋਂ ਦੀ ਡੈਮੋਕ੍ਰੇਸੀ ਦੇ ਵਿੱਚ ਅੱਜ ਅਸੀਂ ਬਰਾਬਰ ਦਾ ਆਨੰਦ ਸਾਰੇ ਮਾਣ ਰਹੇ ਹੈਗੇ ਹਾਂ, ਬਗੈਰ ਕਿਸੇ ਦੰਗ ਭੇਦ ਦੇ ਜਿਹੜਾ ਸੀ ਇਹ ਪ੍ਰਾਪਤੀਆਂ ਜਿਹੜੀਆਂ ਨੇ ਅੱਜ ਦੇ ਦਿਨ ਜਿਹੜਾ ਹੈਗਾ, ਉਸੇ ਦਿਨ ਨੂੰ ਯਾਦ ਰੱਖਣ ਦੇ ਲਈ ਅੱਜ ਸਾਡੀ ਕੈਨੇਡੀਅਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਮੁਲਕ ਪੱਧਰ ਦੇ ਉੱਤੇ ਇਹ ਪੱਕਾ ਫੈਸਲਾ ਲੈ ਲਿਆ ਗਿਆ, ਅੱਗੇ ਤੋਂ ਹਰ ਸਾਲ ਦੇ ਵਿੱਚ 1 ਅਗਸਤ ਵਾਲਾ ਦਿਨ ਜਿਹੜਾ ਸੀ ਇਸ ਗੱਲ ਦੀ ਰੱਖਿਆ ਜਾਇਆ ਕਰੇਗਾ ਕਿ ਸਾਡੀ ਜਿਹੜੀ ਇੱਥੋਂ ਦੀ ਸਲੇਵ ਰਹੀ ਕਮਿਊਨਿਟੀ ਆ ਪੁਰਾਣੇ ਸਮੇਂ ਦੇ ਵਿੱਚ, ਉਹਨਾਂ ਦੀ ਇਸ ਧਰਤੀ ਦੇ ਵਿੱਚ ਕੀ ਯੋਗਦਾਨ ਆ, ਉਹਨਾਂ ਨੇ ਕਿੰਨੀਆਂ ਮੁਸ਼ੱਕਤ ਮਿਹਨਤਾਂ ਕੀਤੀਆਂ ਇਸ ਧਰਤੀ ਨੂੰ ਆਬਾਦ ਕਰਨ ਦੇ ਲਈ, ਜਿਹਦੇ 'ਚ ਅਸੀਂ ਸਾਰੇ ਆਨੰਦ ਮਾਣਦੇ ਹੈਗੇ ਆ। ਇਹ ਸਾਡੇ ਉਹ ਸਿਸਟਮ ਜਿਹੜਾ ਹੈਗਾ ਧੱਕੇ ਧੌੜੇ ਦਾ, ਉਹਨੂੰ ਯਾਦ ਕਰਨ ਦੇ ਲਈ ਇਹ 1 ਅਗਸਤ ਜਿਹੜੀ ਅੱਗੇ ਤੋਂ ਮਨਾਇਆ ਜਾ ਰਿਹਾ। ਡਾਕਟਰ ਸਾਹਿਬ, ਥੋੜਾ ਜਿਆਦਾ ਪਿਛੋਕੜ ਇਹਨਾਂ ਧਰਤੀਆਂ ਤੇ ਇਹ ਸਿਸਟਮ ਆਇਆ ਕਿਦਾਂ, ਪਨਪਿਆ ਕਿਦਾਂ, ਸ਼ੁਰੂਆਤ ਇਹਦੀ ਕਿਦਾਂ ਹੋਈ? ਬਹੁਤਾ ਕਰਕੇ ਜਿਹੜਾ ਨਾਰਥ ਅਮਰੀਕਾ 'ਚ ਲੋਕ ਨੇ, ਖਾਸ ਕਰਕੇ ਕੈਨੇਡੀਅਨ ਲੋਕ, ਉਹ ਇਹਨੂੰ ਜਿਹੜਾ ਪੱਛਮੀ ਸਮਾਜ, ਜਿਹਨੂੰ ਅਸੀਂ ਯੂਰਪੀਅਨ ਸਮਾਜ ਕਹਿੰਦੇ ਆ, ਉਹਦੀ ਦੇਣ ਕਹਿੰਦੇ ਆ, ਕਿਉਂਕਿ ਯੂਰਪੀਅਨ ਵੀ ਇਸ ਧਰਤੀ ਤੇ ਕਾਫੀ ਦੇਰ ਕਾਬਜ ਰਹੇ ਤੇ ਉਹਨਾਂ ਦੇ ਨਾਲ ਜਿਹੜੀਆਂ ਕੋਈ ਚੀਜ਼ਾਂ ਆਈਆਂ ਉਹਦੇ ਵਿੱਚ ਇੱਕ ਸਲੇਵਰੀ ਸਿਸਟਮ ਸੀ। ਬਿਲਕੁਲ ਬਿਲਕੁਲ, ਹਾਂਜੀ ਸਹੀ ਹੈ ਜੀ ਗੱਲ ਹੈ ਤੁਹਾਡੀ। ਆਪਾਂ ਜੇ ਇਹਨੂੰ ਆਪਾਂ ਇੱਕ ਲੇਮੈਨ ਦੀ ਟਰਮ 'ਚ ਕਹਿੰਦੇ ਆ ਕਿ ਯੂਰਪੀਅਨ ਜਿਹੜੇ ਸੀ, ਆਪਾਂ ਉਹ ਟਰਮ ਦਿੰਦੇ ਕਿ ਯੂਰਪੀਅਨ ਜਿਹੜੇ ਲੋਕ ਸੀਗੇ ਵੀ ਉਹ ਇੱਥੇ ਕਾਬਜ ਸੀ। ਇਹ ਗੱਲ ਇਦਾਂ ਨਹੀਂ, ਕਿਉਂਕਿ ਬੇਸਿਕਲੀ ਜਿਹੜੀ ਬ੍ਰਿਟਿਸ਼ ਕਲੋਨੀ ਜਿਹੜੀ ਹੈਗੀ ਆ, ਬ੍ਰਿਟਿਸ਼ ਕਲੋਨੀਆਂ ਹੀ ਇੱਥੇ ਸੀਗੀਆਂ। ਕਹਿਣ ਦਾ ਮਤਲਬ ਆ ਕਿ ਜਿਹੜੀ ਕਿੰਗਡਮ ਆਫ ਇੰਗਲੈਂਡ ਹੈਗਾ, ਰਾਜਾ ਜਾਂ ਰਾਣੀ ਜਾਰਜ ਕਿੰਗ ਹੈ, ਵਿਕਟੋਰੀਆ ਕੁਈਨ ਜਿਹੜੀ ਹੈਗੀ ਆ, ਕਹਿ ਸਕਦਾ ਕਿ ਉਸ ਸਾਮਰਾਜ ਦੀ ਹੀ ਇਹ ਇੱਕ ਹਿੱਸਾ ਸੀ, ਇੱਕ ਜਿਹਦੇ ਤਹਿਤ ਉਹ ਸਾਮਰਾਜ ਜਿਹੜਾ ਸੀ, ਬ੍ਰਿਟਿਸ਼ ਸਾਮਰਾਜ ਸੀ ਜਿਹੜਾ, ਉਹ ਇੱਕ ਸਲੇਵ ਓਨਰਸ ਨੂੰ ਤੇ ਨਾਈਟਸ ਨੂੰ ਤੇ ਉਹ ਇਦਾਂ ਸੋਸਾਇਟੀ ਨੂੰ ਰਿਪਰੈਜ਼ੈਂਟ ਕਰਦਾ ਸੀ ਤੇ ਉਹਨਾਂ ਦੇ ਹੱਕ ਵਾਲਾ ਸੀ ਇਹ। ਇਸੇ ਕਰਕੇ ਉਹ ਸਾਰੀ ਜਿੱਥੇ ਵੀ ਬ੍ਰਿਟਿਸ਼ ਜਿਹੜੀ ਹੈਗੀ ਗਏ ਨੇ, ਤੇ ਈਵਨ ਆਪਾਂ ਇਹ ਨਹੀਂ ਕਹਿ ਸਕਦੇ ਇਕੱਲੇ ਬ੍ਰਿਟਿਸ਼, ਜਿਹੜਾ ਫ੍ਰੈਂਚ ਰਾਜੇ ਸੀਗੇ, ਫ੍ਰੈਂਚ ਸਿਸਟਮ ਸੀ ਜਿਹੜਾ, ਉਹਦੀਆਂ ਵੀ ਜਿਵੇਂ ਇੱਥੇ ਕਾਲੋਨੀ ਸੀਗੀ, ਉਹਦੇ ਵਿੱਚ ਵੀ ਇਹ ਗੱਲ ਜਿਹੜੀ ਸੀ ਇਹ ਉਸ ਸਮੇਂ ਫ੍ਰੈਂਚ ਕਲੋਨੀ ਦੇ ਵਿੱਚ ਵੀ ਸੀਗੀ। ਕਹਿਣ ਦਾ ਮਤਲਬ ਆ ਕਿ ਜਦੋਂ ਸਲੇਵ ਓਨਰਸ ਦਾ ਵਾਲਾ ਸਿਸਟਮ ਦੇ ਵਿੱਚ ਅਸੀਂ ਸੰਸਾਰ ਪੱਧਰ ਤੇ ਉਸ ਸਮੇਂ ਦੇ ਵਿੱਚ ਸੀਗਾ, ਤਾਂ ਉਹਦੇ 'ਚ ਕੈਨੇਡਾ ਵਰਗਾ ਮੁਲਕ ਜਿਹੜਾ ਸੀ ਉਹ ਵੀ ਉਹਦਾ ਪਾਰਟ ਐਂਡ ਪਾਰਸਲ ਸੀ। ਤੇ ਇਸ ਕਰਕੇ ਇੱਥੇ ਵੀ ਜਿਹੜਾ ਸੀ ਉਹ ਸਲੇਵ ਸਿਸਟਮ ਜਿਹੜਾ ਸੀ ਉਹ ਬਕਾਇਦਾ ਤੌਰ ਤੇ ਸੀਗਾ। ਇਹ ਗੱਲ ਵੱਖਰੀ ਆ ਕਿ ਇੱਥੋਂ ਦਾ ਜਿਹੜਾ ਸਲੇਵ ਸਿਸਟਮ ਸੀ ਜਿਹੜਾ, ਉਹ USA ਦੀ ਤਰਜ਼ ਨਾਲੋਂ ਥੋੜਾ ਜਿਹਾ ਵੱਖਰਾ ਸੀਗਾ, ਕਿਉਂਕਿ USA ਜਿਹੜਾ ਸੀ ਉਹਨਾਂ ਦੀ ਇਕਨੋਮੀ ਜਿਹੜੀ ਸੀ ਉਹ ਸਲੇਵ ਸਿਸਟਮ ਦੇ ਨਾਲ ਚੱਲ ਰਹੀ ਸੀ, ਸਲੇਵਰੀ ਦੇ ਨਾਲ ਚੱਲ ਰਹੀ ਸੀਗੀ। ਤੇ ਜਿਹੜੀ ਨਾਰਥ ਅਮਰੀਕਾ ਦਾ ਹੁਣ ਵਾਲਾ ਕੈਨੇਡਾ ਜਿਹੜਾ ਹੈਗਾ, ਇਹ ਪਾਰਟ ਸੀ ਜਿਹੜਾ, ਇੱਥੇ ਇਹ ਇਕਨੋਮਿਕਲੀ ਉਹਨਾਂ ਇਹ ਨਹੀਂ ਸੀ ਕਿ ਸਲੇਵਰੀ ਸਿਸਟਮ ਤੇ ਉੱਤੇ ਡਿਪੈਂਡੈਂਟ ਸੀਗਾ। ਕਹਿਣ ਦਾ ਮਤਲਬ ਆ ਕਿ ਸਲੇਵਰੀ ਸਿਸਟਮ ਜਿਹੜਾ ਇੱਥੇ ਇਕਨੋਮੀ ਲਈ ਨਹੀਂ ਸੀ, ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਥੇ ਸਲੇਵ ਨਹੀਂ ਸੀਗੇ, ਇੱਥੇ ਸਲੇਵ ਸੀਗੇ ਬਕਾਇਦਾ। ਤੇ ਉਹਨਾਂ ਤੋਂ ਉਸੇ ਤਰ੍ਹਾਂ ਉਹਨਾਂ ਦੀ ਈਵਨ ਮੈਂ ਨੋਟ ਕੀਤਾ ਕਿਤੇ ਕਿ ਇਸ ਤੇ ਇਹੀ ਗੱਲ ਆਮ ਧਾਰਨਾ ਰਹੀ ਲੋਕਾਂ ਦੀ ਕਿ ਸ਼ਾਇਦ ਕੈਨੇਡਾ ਦੇ ਵਿੱਚ ਸਲੇਵਰੀ ਸਿਸਟਮ ਨਹੀਂ ਸੀ। ਤੇ ਉਹਦੇ ਵਿੱਚ ਇਹ ਗੱਲ ਜਿਹੜੀ ਹੈ 1833 ਦੇ ਵਿੱਚ ਜਿਹੜਾ ਸੀ, ਤੇ 1859 ਦੇ ਵਿੱਚ ਫਸਟ ਮੇਅਰ ਸੀ ਜਿਹੜਾ ਮੌਂਟਰੀਅਲ ਦਾ, ਉਹਨਾਂ ਨੇ ਇਹ ਗੱਲ ਅਲਾਰਮਿੰਗ ਤੌਰ ਤੇ ਡਿਕਲੇਅਰ ਕੀਤੀ ਸੀਗੀ ਕਿ ਇਹ ਬਕਾਇਦਾ ਤੌਰ ਤੇ ਡਾਕੂਮੈਂਟਡ ਹੈਗੀ ਆ ਇਹ, ਜੇ ਉਹਨੇ ਕਿਹਾ ਸੀ ਕਿ ਇੱਥੇ ਸਾਡੇ ਵੀ ਜਿਹੜੇ ਫੈਲੋ ਹਿਊਮਨਸ ਨੇ ਜਿਹੜੇ, ਉਹਨਾਂ ਨੂੰ ਬੰਧੂਆ ਮਜ਼ਦੂਰਾਂ ਦੀ ਜਿਹੜਾ ਬੌਂਡੇਜ ਜਿਹੜੀ ਲੇਬਰ ਆ ਵੀ ਉਹ ਅਸੀਂ ਕਰਾਉਣੇ ਹੈਗੇ ਆ। ਤੇ ਇਹ ਨਹੀਂ ਸੀ ਕਿ ਉਹਨੇ ਇਹ ਵੀ ਲਿਖਿਆ ਕਿ ਇਹ ਨਹੀਂ ਕਿ ਬ੍ਰਿਟਿਸ਼ ਕਲੋਨੀ ਦੇ ਵਿੱਚ ਆ ਇਹ, ਜਿਹੜਾ ਫ੍ਰੈਂਚ ਕਲੋਨੀ ਆ ਉਹਦੇ ਵਿੱਚ ਵੀ ਇਹ ਹੈਗਾ ਕਿ ਜਿਹੜੇ ਨਿਗਰੋਸ ਕਹਿ ਕੇ ਉਹਨਾਂ ਨੂੰ, ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਹੈਗਾ ਉਹ ਸਲੇਵ ਦੇ ਰੂਪ ਚ ਰੱਖਿਆ ਜਾ ਰਿਹਾ ਹੈਗਾ। ਤੇ ਈਵਨ ਇੰਡੀਜੀਨੀਅਸ ਲੋਕ ਵੀ ਸੀ ਜਿਹੜੇ ਇੱਥੋਂ ਦੇ,
ਉਹਨਾਂ ਨੂੰ ਵੀ ਬੌਂਡੇਜ ਕਰਕੇ ਉਹਨਾਂ ਨੂੰ ਪੈਨਿਸ ਦੇ ਨਾਮ ਨਾਲ ਉਹ ਵੀ ਉਹਨਾਂ ਤੋਂ ਵੀ ਸਲੇਵਰੀ ਦਾ ਕੰਮ ਲੈ ਕੇ ਆਂਦਾ ਰਿਹਾ ਹੈਗਾ। ਤੇ ਇਸੇ ਚੀਜ਼ ਨੂੰ ਜਿਹੜਾ ਸੀਗਾ, ਹਾਂ ਪਿੱਛੇ ਜਿਹੀ ਦੀ ਗੱਲ ਆ 1960 ਦੇ ਵਿੱਚ, ਤੇ ਬੜੀ ਡਾਕੂਮੈਂਟਡ ਜਿਹੜਾ ਸੀ ਹਿਸਟਰੀ ਦਾ ਇੱਕ ਅਹਿਮ ਦਸਤਾਵੇਜ਼ ਦੀ ਬੁੱਕ ਲਿਖੀ ਆ ਇੱਕ ਜਿਹੜੇ ਸੀ ਸਾਡੇ ਇੱਥੋਂ ਦੇ ਰਾਈਟਰ ਨੇ, 1960 ਦੇ ਵਿੱਚ ਕਿਤਾਬ ਲਿਖੀ ਉਹਨਾਂ ਨੇ, ਮਾਰਸਲ ਟਰੂਡਲ। ਉਹਨਾਂ ਨੇ ਹਿਸਟੋਰੀਅਨ ਨੇ, ਬੜੇ ਵੱਡੇ, ਉਹਨਾਂ ਨੇ ਕਿਤਾਬ ਲਿਖੀ ਹੈ। ਉਹਦੇ ਵਿੱਚ ਸਾਰਾ ਉਹਨਾਂ ਨੇ ਇਹ ਗੱਲ ਲਿਖੀ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਸੀ ਸਿਵਲ ਸਿਸਟਮ ਸੀਗਾ। ਤੇ ਉਹਨਾਂ ਨੇ ਫ੍ਰੈਂਚ ਕਲੋਨੀ ਦੇ ਉੱਤੇ ਖਾਸ ਤੌਰ ਤੇ ਆਧਾਰਿਤ ਕੀਤੀ ਮੌਂਟਰੀਆਲ ਦੇ ਵੀ। ਇੱਥੇ ਵੀ ਜਿਹਾ ਬ੍ਰਿਟਿਸ਼ ਤਾਂ ਸੀਗਾ, ਬ੍ਰਿਟਿਸ਼ ਕਲੋਨੀਆਂ 'ਚ ਇੱਥੇ ਵੀ ਸੀਗਾ ਮੌਂਟਰੀਆਲ 'ਚ। ਤੇ ਉਹਨਾਂ ਨੂੰ ਇਸ ਗੱਲ ਦਾ ਝੱਲਣਾ ਪਿਆ ਉਹਨਾਂ ਨੂੰ, ਤੇ ਉਹਨਾਂ ਨੂੰ ਜਿਹੜਾ ਸੀ ਉਹ ਇੱਕ ਜਿਹੜਾ ਸੀ ਉਹਨਾਂ ਦੀ ਮੌਂਟਰੀਆਲ ਛੱਡਣਾ ਪਿਆ ਉਹਨਾਂ ਨੂੰ। ਤੇ ਟੀਚਿੰਗ ਪੋਜੀਸ਼ਨ ਜਿਹੜੀ ਸੀ ਆਟਵਾ ਦੇ ਵਿੱਚ ਜਿਹੜੀ ਸੀ ਉਹ ਜਾ ਕੇ ਉਹ ਉਹਨਾਂ ਨੂੰ ਛੱਡਣੀ ਪਈ ਉਹਨਾਂ ਨੂੰ ਇਸ ਕਰਕੇ। ਤੇ ਬਕਾਇਦਾ ਤੌਰ ਤੇ ਜਿਹੜਾ ਸੀਗਾ ਉਹਨਾਂ ਨੇ ਨੋਟਿਡ ਕੀਤਾ ਕਿ ਕੈਨੇਡੀਅਨ ਜਿਹੜੇ ਹੈਗੇ ਨੇ ਉਹ ਸਲੇਵ ਸੁਸਾਇਟੀ ਸੀਗੀ ਇੱਥੇ। ਤੇ ਇਸੇ ਤਰ੍ਹਾਂ ਜਿਹੜੇ ਕੈਨੇਡੀਅਨ ਹਿਸਟੋਰੀਅਨ ਨੇ ਕੂਫਾ ਕੂਪਰ 2006 'ਚ ਵੀ ਕਿਤਾਬ ਲਿਖੀ ਉਹਨਾਂ ਨੇ ਵੀ ਇਹ ਗੱਲ ਲਿਖੀ ਸੀ ਕਿ ਕੈਨੇਡੀਅਨ ਜਿਹੜਾ ਹੈਗਾ ਇੱਥੇ ਸਲੇਵਰੀ ਹੈਗੀ ਆ। ਤੇ ਇਸੇ ਤਰ੍ਹਾਂ ਇੱਕ ਅੰਦਾਜ਼ਾ ਜਿਹੜਾ ਸੀਗਾ ਹਿਸਟੋਰੀਅਨ ਜਿਹੜੇ ਸੀ ਉਹਨਾਂ ਨੇ ਲਾਇਆ ਜਿਹੜਾ ਕਿ ਕੈਨੇਡੀਅਨ ਸਲੇਵਰੀ ਦੇ ਵਿੱਚ 200 ਸਾਲਾਂ ਦੇ ਵਿੱਚ ਟੋਟਲ 200 ਈਅਰਸ ਕੈਨੇਡੀਅਨ ਹਿਸਟਰੀ ਦੇ ਵਿੱਚ ਜਿਹੜਾ ਸੀਗਾ ਤਕਰੀਬਨ 4000 ਤੋਂ ਲੈ ਕੇ 8000 ਜਿਹੜੇ ਸੀਗੇ ਅਫਰੀਕਨ ਤੇ ਇੰਡੀਜੀਨੀਅਸ ਲੋਕ ਜਿਹੜੇ ਸੀਗੇ ਉਹਨਾਂ ਨੂੰ ਇੱਥੇ ਸਲੇਵ ਦੇ ਤੌਰ ਤੇ ਉਹਨਾਂ ਨੇ ਦਰਜ ਕੀਤਾ ਕਿ ਇੰਨੀ ਗਿਣਤੀ ਜਿਹੜੀ ਹੈਗੀ ਆ ਉਹ ਨੋਟਡ ਹੈਗੀ ਆ। ਤੇ ਈਵਨ ਜਿਹੜਾ ਸੀ ਉਹ ਕਹਿੰਦੇ ਵੀ ਇਕੱਲੇ ਮੌਂਟਰੀਆਲ ਦੇ ਵਿੱਚ ਜਿਹੜੀ ਸਲੇਵ ਜਿਹੜੇ ਸੀਗੇ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਆ 0.01% ਟੋਟਲ ਪਾਪੂਲੇਸ਼ਨ ਦਾ ਹਿੱਸਾ ਰਹੀ ਹੈਗੀ ਆ। ਚਾਹੇ ਦੇਖਣ ਨੂੰ ਆਪਾਂ ਨੂੰ ਇਹ ਗੱਲ ਨਗੂੜੀ ਲੱਗਦੀ ਹੋਊਗੀ ਕਿਉਂਕਿ ਅਮਰੀਕਨ ਸਿਵਲ ਵਾਰ ਤੋਂ ਪਹਿਲਾਂ 40% ਪਾਪੂਲੇਸ਼ਨ ਜਿਹੜੀ ਸੀ ਉਹ ਸਲੇਵਸ ਦੀ ਪਾਪੂਲੇਸ਼ਨ 40% ਸੀਗੀ ਸਾਊਥ, ਮਤਲਬ ਇਸ ਕੰਟੀਨੈਂਟ ਦੇ ਸਾਊਥ ਵਾਲੇ ਪਾਰਟ ਦੇ ਵਿੱਚ, ਅਮਰੀਕਾ ਜਿਹਨੂੰ USA ਕਹਿੰਦੇ ਆ ਆਪਾਂ ਉਹਦੇ 'ਚ। ਕਿਉਂਕਿ ਤੇ ਉਸ ਤੋਂ ਬਾਅਦ ਜਿਹੜੀ ਸੀ ਇਹ ਈਵਨ ਇਹ ਹੈਰਾਨ ਹੋਣਗੇ ਕਿ ਜਿਹੜੇ ਸਲੇਵ ਜਿਹੜੇ ਸੀ ਇੱਥੇ ਤੌਰ ਤੇ ਮੌਂਟਰੀਆਲ ਦਾ ਜਿਹੜਾ ਗੈਜਟ ਹੈਗਾ ਉਹਦੀ ਜੇ ਪੁਰਾਣਾ ਹਿਸਟਰੀ ਆਪਾਂ ਦੇਖੀਏ, ਰਿਕਾਰਡਡ ਹੈਗੀ ਆ, ਜਿਹਦੇ ਉਹਦੇ ਵਿੱਚ ਰਿਕਾਰਡ ਦੇਖੀਏ ਤਾਂ ਉਹਦੇ ਵਿੱਚ ਬਕਾਇਦਾ ਤੌਰ ਤੇ ਇੱਥੇ ਟ੍ਰੇਡਿੰਗ ਦੇ ਇਸ਼ਤਿਹਾਰ ਜਿਹੜੇ ਸੀ ਅਖਬਾਰਾਂ 'ਚ ਛਪੇ ਹੋਏ ਨਜ਼ਰ ਆਉਂਦੇ ਨੇ ਕਿ ਇੰਨੇ ਦਾ ਜਿਹੜਾ ਹੈਗਾ ਉਹ ਸਲੇਵ ਨੂੰ ਵੇਚਿਆ ਖਰੀਦਿਆ ਜਾ ਰਿਹਾ ਹੈਗਾ। ਤੇ ਇਸੇ ਤਰ੍ਹਾਂ ਜਿਵੇਂ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਕਿਸੇ ਦੀ ਬਿੱਲੀ ਦਾ ਪੈਟ ਗੁੰਮ ਜਾਂਦਾ ਹੈਗਾ, ਇਸੇ ਤਰ੍ਹਾਂ ਸੜਕਾਂ ਦੇ ਉੱਤੇ ਨੋਟਿਸ ਲੱਗਦੇ ਸੀਗੇ ਕਿ ਸਲੇਵ ਭੱਜ ਗਿਆ ਹੈਗਾ, ਉਹਨੂੰ ਫੜ ਕੇ ਲਿਆਉਣਾ ਹੈਗਾ। ਤੇ ਈਵਨ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਭੱਜੇ ਹੋਏ ਸਲੇਵ ਸੀ ਜਿਹੜੇ ਬਾਲਕਾਂ ਤੋਂ, ਤੇ ਉਹ ਜਾ ਕੇ ਜਦੋਂ ਲੁੱਕ ਕੇ ਇੱਧਰ ਉੱਧਰ ਹੁੰਦੇ ਸੀ ਉਹਨਾਂ ਨੂੰ ਫਗੇਟਿਵ, ਆਪਾਂ ਇੰਡੀਆ 'ਚ ਤਾਂ ਫਗੇਟਿਵ ਨੂੰ ਸ਼ਾਇਦ ਡਾਕੂ ਜਾਂ ਰੀਬਲ ਦਾ ਨਾਮ ਆਪਾਂ ਬਾਗੀ ਦਾ ਨਾਮ ਦੇ ਦਿੰਦੇ ਆ। ਫਗੇਟਿਵ ਨੂੰ ਫੜਨ ਵਾਸਤੇ ਜਿਹੜੇ ਭੱਜੇ ਹੋਏ ਸਲੇਵ ਸੀ ਉਹਨਾਂ ਨੂੰ ਫੜਨ ਵਾਸਤੇ ਇੱਥੇ ਗੈਂਗ ਸੀਗੇ, ਬਾਉਂਟੀ ਗੈਂਗ ਸੀਗੇ ਬਕਾਇਦਾ। ਬਾਉਂਟੀ ਗੈਂਗ ਜਿਵੇਂ USA ਸੀ ਇੱਥੇ ਵੀ ਸੀਗੇ। ਉਹ ਬਾਉਂਟੀ ਗੈਂਗ ਜਿਹੜੇ ਸੀਗੇ ਉਹ ਫੜ ਕੇ ਲਿਆਉਣ ਦੇ ਉਹਨਾਂ ਨੂੰ ਪੈਸੇ ਮਿਲਦੇ ਸੀ ਤੇ ਉਹ ਸਲੇਵ ਨੂੰ ਵਾਪਸ ਫੜ ਕੇ ਲਿਆਉਂਦੇ ਸੀਗੇ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਕਿ ਈਵਨ ਬ੍ਰਿਟਿਸ਼ ਜਿਹੜੀ ਰਾਣੀ ਵੱਲੋਂ ਜਿਹੜੇ ਸਲੇਵ ਸੀਗੇ ਉਹਨਾਂ ਦੀਆਂ ਔਰਤਾਂ ਦੇ ਨਾਲ ਰੇਪ ਕਰਨਾ ਜਾਂ ਉਹਨਾਂ ਦੀ ਕੁੱਟਮਾਰ ਕਰਨਾ ਜਾਂ ਉਹਨਾਂ ਨੂੰ ਵਾਇਲੈਂਸ ਕਰਨੀ, ਉਹ ਕਾਨੂੰਨੀ ਤੌਰ ਤੇ ਵੀ ਜਿਹੜਾ ਸੀ ਆਮ ਤੌਰ ਤੇ ਮਾਫ ਕੀਤੀ ਜਾਂਦੀ ਰਹੀ ਆ। ਕਹਿਣ ਦਾ ਮਤਲਬ ਵੀ ਖੁੱਲੀ ਛੁੱਟੀ ਵਾਲਾ ਕੰਮ ਜਿਹੜਾ ਸੀਗਾ। ਤੇ ਦੂਜੀ ਗੱਲ ਜੇ ਆਪਾਂ ਕਹੀਏ ਕਿ ਅਪਰ ਕੈਨੇਡਾ ਵਾਲੇ ਪਾਸੇ ਜੀ, ਹਾਂਜੀ, ਵੀ ਇਹ ਆਪਣੇ ਇਸ ਪਾਸੇ ਨੂੰ ਵੀ ਕਦੋਂ ਵੀ ਵੱਡੀ ਗਿਣਤੀ ਆਪਾਂ ਕਹੀਏ ਸਕਦੇ ਵੀ ਕਦੋਂ ਆਉਣੇ ਸ਼ੁਰੂ ਹੋਏ ਸਲੇਵ ਜਿਹੜੇ ਹੈਗੇ ਨੇ ਉਹਨਾਂ 'ਚ ਜਿਹੜਾ ਹੈਗਾ ਕਿ ਇਹ ਜਦੋਂ USA ਦੇ ਵਿੱਚ ਅਮਰੀਕਨ USA ਰੈਵੋਲੂਸ਼ਨ ਜਿਹੜਾ ਸੀ, ਸਿਵਲ ਵਾਰ ਕਹਿ ਦਿੰਦੇ, ਰੈਵੋਲੂਸ਼ਨ ਕਹਿ ਦਿੰਦੇ ਆ, ਕਿ ਉੱਥੇ ਸਲੇਵ ਓਨਰਸ ਦੇ ਖਿਲਾਫ ਵੱਡਾ ਗੁੱਸਾ ਸੀ ਲੋਕਾਂ ਦਾ ਤੇ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਖਿਲਾਫ ਗੁੱਸਾ ਸੀਗਾ ਉਹਦੇ 'ਚ। ਤੇ ਸਿਵਲ ਵਾਰ ਜਿਹੜੇ ਸੀ ਆਮ ਲੋਕ ਜਦੋਂ ਰੈਵੋਲੂਸ਼ਨ ਹੋਇਆ ਉੱਥੇ ਤੇ USA ਬਣਿਆ ਹੈਗਾ। ਤੇ ਉਸ ਵੇਲੇ ਉੱਥੋਂ ਜਿਹੜੇ ਸਲੇਵ ਓਨਰ ਸੀਗੇ ਤੇ ਉਹ ਬਹੁਤੇ ਸਲੇਵ ਓਨਰ ਸੀ ਜਿਹੜੇ ਉਹਨਾਂ ਨੇ ਤਕਰੀਬਨ ਉੱਥੋਂ ਆਏ ਵੀ, ਉਹਨਾਂ ਨੂੰ ਉੱਥੋਂ ਦੌੜਨਾ ਪਿਆ। ਤੇ ਦੌੜ ਕੇ ਜਿਹੜੇ ਕੁਝ ਤਾਂ ਉੱਥੇ ਇਤਿਹਾਸ ਉੱਟ ਗਏ ਤੇ ਕੁਝ ਜਿਹੜੇ ਸੀਗੇ ਦੌੜੇ ਵੀ, ਜਿਹੜੇ ਆਏ ਵੀ ਇੱਧਰ। ਤੇ
ਉਹਨਾਂ 'ਚ ਗਿਣਤੀ ਮੈਂ ਦੇਖ ਰਿਹਾ ਸੀ, ਮੈਂ ਨੋਟ ਕੀਤੀ ਆ ਕਿਤੇ। ਹਾਂਜੀ, ਤੇ ਉਹ ਉਹਨਾਂ ਨੇ ਇੱਧਰ ਜਦੋਂ ਆਏ ਤਾਂ ਜਿਹੜਾ ਕਰਾਊਨ ਸੀ ਉਹਨੇ ਉਹਨਾਂ ਨੂੰ, ਜਿਵੇਂ ਆਪਾਂ ਕਹਿੰਦੇ ਐਕਸਪੋਰਟ ਡਿਊਟੀ, ਰਿਫਿਊਜੀ ਜਿਹੜੇ ਸੀ ਉਹਨਾਂ ਨੂੰ ਵੈਲਕਮ ਕੀਤਾ, ਰਿਫਿਊਜ ਦਿੱਤਾ ਉਹਨਾਂ ਨੂੰ। ਤੇ ਈਵਨ ਉਹਨਾਂ ਨੂੰ ਸਲੇਵ ਓਨਰਸ ਨੂੰ ਐਕਸਪੋਰਟ ਡਿਊਟੀ ਜਾਂ ਇੰਪੋਰਟ ਡਿਊਟੀ ਅੱਜ ਕੱਲ੍ਹ ਨਾਮ ਨੇ ਜਿਹੜੇ, ਉਹਨਾਂ ਨੇ ਕਿਹਾ ਵੀ ਟੈਕਸ ਫ੍ਰੀ ਉਹਨਾਂ ਨੂੰ ਜਿਹੜੇ ਸਲੇਵ ਉਹ ਨਾਲ ਲੈ ਕੇ ਆਉਣਗੇ, ਉਹ ਸਲੇਵ ਜਿਹੜੇ ਸੀਗੇ ਉਹ ਲਿਆਉਣ ਦੀ ਇਜਾਜ਼ਤ ਦਿੱਤੀ ਉਹਨਾਂ ਨੂੰ ਬਿਨਾਂ ਕਿਸੇ ਟੈਕਸ ਤੋਂ। ਤੇ ਉਸ ਸਮੇਂ ਜਿਹੜਾ ਸੀ 2500 ਦੇ ਕਰੀਬ, 2500 ਦੇ ਕਰੀਬ ਜਿਹੜੇ ਸਲੇਵ ਸੀਗੇ, ਔਰ ਫੌਜੀ ਲੋਕ ਜਿਹੜੇ ਸੀ, ਜਿਹੜੇ ਕਾਫਲੇ ਬੰਨ ਕੇ ਸਲੇਵ ਓਨਰ ਜਦੋਂ ਇੱਧਰ ਆਏ, ਆਪਣੇ ਨਾਰਥ ਵਾਲੇ ਪਾਰਟ ਦੇ ਵਿੱਚ ਆਏ, ਤਾਂ ਉਹ ਆਪਣੇ ਨਾਲ 2500 ਦੇ ਕਰੀਬ ਸਲੇਵਸ ਜਿਹੜੇ ਸੀ ਆਪਣੇ ਨਾਲ ਆਪਣੇ ਮਾਲਕਾਨਾ ਹੱਕ ਦੇ ਰੂਪ ਚ ਲੈ ਕੇ ਆਏ। ਤੇ ਉਹ ਮਾਲਕਾਨਾ ਹੱਕ ਜਿਹੜਾ ਸੀ ਉਹਨਾਂ ਨੂੰ ਇੱਥੇ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਉਸ ਸਮੇਂ ਜਿਹੜੀ ਸੀ ਕਾਲੋਨੀ ਸੀ ਨਵਾਂ ਸਕੋਸ਼ੀਆ ਦੀ, ਉਹਦੇ ਵੱਲੋਂ ਬਕਾਇਦਾ ਤੋਂ ਦਿੱਤਾ ਗਿਆ। ਤੇ ਉਹ ਸਾਰੇ ਰਿਫਿਊਜੀ ਸੀ ਆਮ ਤੌਰ ਤੇ ਨਵਾਂ ਸਕੋਸ਼ੀਆ ਸੂਬਾ ਆਪਣਾ ਜਿਹੜਾ ਹੈਗਾ ਪ੍ਰੋਵਿੰਸ ਨਵਾਂ ਸਕੋਸ਼ੀਆ, ਉੱਥੇ ਸੈਟਲ ਹੋਏ। ਤੇ ਹਾਂਜੀ, ਉੱਥੇ ਸੈਟਲ ਹੋ ਕੇ ਜਿਹੜਾ ਸੀਗੇ, ਤੇ ਇਸ ਕਰਕੇ ਜ਼ਿਆਦਾ ਤੌਰ ਤੇ ਜਿਹੜੇ ਉਹ ਨਾਲ ਲੈ ਕੇ ਆਏ ਨੇ, ਤੇ ਜਿਹੜੀ ਸਲੇਵ ਦੀ ਗਿਣਤੀ ਜ਼ਿਆਦਾ ਤੌਰ ਤੇ ਉਸ ਨਵਾਂ ਸਕੋਸ਼ੀਆ ਦੇ ਵਿੱਚ ਜਿਹੜੀ ਸੀ ਉਸ ਸਮੇਂ ਇੰਨੀ ਜ਼ਿਆਦਾ ਸੀਗੀ, ਮਤਲਬ ਜ਼ਿਆਦਾ ਹੋਈ ਜਿਵੇਂ, ਤਾਂ ਉਹਨੂੰ ਨਿਊ ਇੰਗਲੈਂਡ ਸੰਸਾਰ ਲੈਵਲ ਤੇ ਜੇ ਕਹੀਏ ਵੀ ਸਲੇਵ ਜ਼ਿਆਦਾ ਜਿੱਥੇ ਸੀ ਗਿਣਤੀ ਦੇ ਵਿੱਚ, ਮੈਰੀਟਾਈਮ ਕਲੋਨੀਜ਼ ਤੇ ਨਿਊ ਇੰਗਲੈਂਡ ਦੀ ਜਿਹੜੀ ਉਸ ਸਮੇਂ ਸੀਗੀ ਟੈਰੀਟਰੀ, ਉਹਦੇ ਨਾਲੋਂ ਜ਼ਿਆਦਾ ਜਿਹੜੇ ਸੀ ਨਵਾਂ ਸਕੋਸ਼ੀਆ ਦੇ ਵਿੱਚ ਸਲੇਬਾਂ ਦੀ ਗਿਣਤੀ ਉਸ ਲੋਕਲ ਲੈਵਲ ਤੇ ਜਿਹੜੀ ਸੀ ਮੰਨੀ। ਤੇ ਈਵਨ ਹਾਂਜੀ ਡਾਕਟਰ ਸਾਹਿਬ, ਮੇਰੇ ਜਿਹਨ 'ਚ ਸਵਾਲ ਚੱਲ ਰਿਹਾ ਸੀਗਾ ਕਿ ਇਹ ਇੱਕ ਤਾਂ ਤੁਸੀਂ ਬਾਰ-ਬਾਰ ਜ਼ਿਕਰ ਕੀਤਾ ਮੌਂਟਰੀਅਲ ਦਾ, ਸਭ ਤੋਂ ਪਹਿਲਾਂ ਕਿ ਮੌਂਟਰੀਅਲ ਦੇ ਵਿੱਚ ਵਧੇਰੇ ਗਿਣਤੀ ਸੀ, ਔਰ ਮੌਂਟਰੀਅਲ ਵਾਲਾ ਜਿਹੜਾ ਪਾਰਟ ਆ ਉਹ ਫ੍ਰੈਂਚ ਦੇ ਅੰਡਰ ਰਿਹਾ ਹੈ, ਆਪਾਂ ਸਾਰੇ ਜਾਣਦੇ ਹਾਂ। ਉੱਥੇ ਅੱਜ ਵੀ ਫ੍ਰੈਂਚ ਬੋਲੀ ਜਾਂਦੀ ਆ ਔਰ ਫ੍ਰੈਂਚ ਦਾ ਪ੍ਰਭਾਵ ਜ਼ਿਆਦਾ ਰਿਹਾ ਹੈ। ਔਰ ਮੈਂ ਜਿਹੜਾ ਦੇਖ ਰਿਹਾ ਸੀਗਾ ਕਿ ਇਹਦੀ ਸ਼ੁਰੂਆਤੀ ਦੌਰ ਵਿੱਚ ਜਿਹੜਾ ਫ੍ਰੈਂਚ ਦੀ ਕਿੰਗਡਮ ਆ ਉਹਦੇ ਵੱਲੋਂ ਇਹਨੂੰ ਮਾਨਤਾ ਦਿੱਤੀ ਗਈ, ਤੇ ਉਹਨਾਂ ਵੱਲੋਂ ਇਹਦੀ ਸ਼ੁਰੂਆਤ ਹੋਈ, ਜਿਹਨੂੰ ਬਾਅਦ ਚ ਜਿਹੜੀ ਬ੍ਰਿਟਿਸ਼ ਦੀ ਕਿੰਗਡਮ ਤੁਸੀਂ ਦੱਸ ਰਹੇ ਹੋ ਉਹਨਾਂ ਨੇ ਵੀ ਇਹਨੂੰ ਮਾਨਤਾ ਦੇ ਦਿੱਤੀ। ਤੇ ਇੱਕ ਸਵਾਲ ਮੇਰੇ ਦਿਮਾਗ 'ਚ ਇਹ ਆ ਰਿਹਾ, ਤੁਸੀਂ ਅੱਗੇ ਕਨਕਲੂਡ ਕਰ ਰਹੇ ਹੋ ਆਪਣੇ ਹਿਸਾਬ ਨਾਲ, ਕਿ ਜਿਹੜਾ ਅਮਰੀਕਨ ਰੈਵੋਲੂਸ਼ਨ ਜਿਹਨੂੰ ਕਿਹਾ ਜਾਂਦਾ, ਜਿੱਥੇ ਮੁਕਤੀ ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਤੋਂ ਵੀ ਕੀਤੀ, ਉੱਥੇ ਨਾਲ ਦੀ ਨਾਲ ਕੀ ਸਲੇਵਰੀ ਤੋਂ ਕੰਪਲੀਟ ਮੁਕਤੀ ਹੋ ਗਈ ਸੀ ਜਾਂ ਇਹ ਸਿਸਟਮ ਬਾਅਦ ਵਿੱਚ ਵੀ ਚੱਲਦਾ ਰਿਹਾ? ਤੁਸੀਂ ਦੱਸ ਰਹੇ ਹੋ ਕਿ ਉੱਥੋਂ ਜਿਹੜੇ ਓਨਰ ਸੀ ਉਹ ਭੱਜ ਕੇ ਇੱਧਰ ਆਏ, ਨਾਲ ਉਹਨਾਂ ਦੇ 2500 ਦੇ ਕਰੀਬ ਜਿਹੜੇ ਉਹਨਾਂ ਦੇ ਗੁਲਾਮ ਸੀ ਉਹ ਵੀ ਆਏ ਸੀਗੇ, ਤੇ ਇੱਥੋਂ ਦੀ ਸਰਕਾਰ ਜਿਹੜੀ ਬ੍ਰਿਟਿਸ਼ ਦੀ ਕਲੋਨੀ ਸੀ ਉਦੋਂ, ਉਹਨੇ ਉਹਨੂੰ ਮਤਲਬ ਅਸੈਪਟ ਕੀਤਾ ਸੀਗਾ। ਯਾਨੀ ਕਿ ਬ੍ਰਿਟਿਸ਼ ਦੀ ਮਹਾਰਾਣੀ ਵੱਲੋਂ ਵੀ ਮਤਲਬ ਇਹ ਸਿਸਟਮ ਨੂੰ ਜਿਹੜਾ ਪੂਰੀ ਸਪੋਰਟ ਕੀਤਾ ਜਾਂਦਾ ਸੀ, ਜਿਵੇਂ ਤੁਸੀਂ ਦੱਸਿਆ। ਕੁਝ ਇੱਕ ਸਵਾਲ ਹੋਰ ਨੇ ਕਿ ਦੁਨੀਆ ਭਰ 'ਚ ਸਾਮਰਾਜ ਰਿਹਾ ਬ੍ਰਿਟਿਸ਼ ਦਾ ਬਹੁਤ ਜ਼ਬਰਦਸਤ, ਉਹਦੇ ਵਿੱਚ ਸਾਡੇ ਏਸ਼ੀਅਨ ਕੰਟੀਨੈਂਟ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਉਹ ਰਾਜ ਰਿਹਾ। ਕੀ ਇਹ ਜਿਹੜੇ ਅਫਰੀਕਨ ਸਲੇਵ ਸੀਗੇ ਇਹ ਭਾਰਤ ਵਿੱਚ ਕਿਤੇ ਨਜ਼ਰ ਨਹੀਂ ਆਏ, ਜਾਂ ਉਹਦੇ ਬਾਰੇ ਕੋਈ ਇਦਾਂ ਦੀ ਹਿਸਟਰੀ ਆਪਾਂ ਨਹੀਂ ਪੜ੍ਹੀ ਕਿ ਇਹਨਾਂ ਨੂੰ ਉੱਥੇ ਵੀ ਲਿਜਾਇਆ ਗਿਆ ਕਿ ਨਹੀਂ? ਜਿਹੜੇ ਉਦੋਂ ਦੇ ਅੰਗਰੇਜ਼ ਹਾਕਮ ਸੀ ਕੀ ਉਹ ਇਦਾਂ ਦੇ ਗੁਲਾਮ ਉੱਥੋਂ ਲੈ ਕੇ ਗਏ, ਜਾਂ ਉੱਥੋਂ ਦੇ ਲੋਕਾਂ ਨੂੰ ਹੀ ਗੁਲਾਮਾਂ ਦੇ ਤੌਰ ਤੇ ਨਾਲ ਵਰਤ ਲਿਆ ਸੀ ਉਹਨਾਂ ਜੀ? ਦੇਖੋ, ਇਹ ਤਾਂ ਹੈਗਾ ਹੀ ਆ, ਜਿੱਥੇ ਮੈਨ ਪਾਵਰ ਉਹਨਾਂ ਨੂੰ ਮਿਲ ਜਾਣੀ ਆ। ਆਪਾਂ ਸਿੰਪਲ ਦੀ ਗੱਲ ਕਰੀਏ, ਇੰਡੀਆ ਦੇ ਨਾਲ ਕੰਪੇਅਰ ਆਪਾਂ ਕਰੀਏ, ਜਿੱਥੇ ਮੈਨ ਪਾਵਰ ਉਹਨਾਂ ਨੂੰ, ਵਰਕਿੰਗ ਕਲਾਸ ਉਹਨਾਂ ਨੂੰ ਮਿਲ ਜਾਣੀ ਆ ਵੱਡੀ ਪੱਧਰ ਤੇ, ਉੱਥੇ ਬਾਹਰੋਂ ਲਿਜਾਣ ਦੀ ਲੋੜ ਨਹੀਂ ਪੈਂਦੀ ਹੈਗੀ। ਤੇ ਜੇ ਆਪਾਂ ਇੰਡੀਆ ਦਾ ਹੁਣ ਜ਼ਿਕਰ ਕੀਤਾ, ਇੰਡੀਆ ਦੇ ਵਿੱਚੋਂ ਸਗੋਂ ਆਪਾਂ ਹੁਣ ਬਾਹਰਲੇ ਇੰਟਰਨੈਸ਼ਨਲ ਲੈਵਲ ਤੇ ਦੇਖ ਰਹੇ ਹਾਂ ਕਿ ਇੰਡੀਆ ਦੇ ਵਿੱਚੋਂ ਗੁਲਾਮਾਂ ਦੀ ਤਰ੍ਹਾਂ ਜਹਾਜ਼ ਭਰ ਕੇ ਜਿਹੜਾ ਸੀ ਉਹ ਦੂਜੇ ਮੁਲਕਾਂ ਦੇ ਵਿੱਚ ਬਕਾਇਦਾ ਤੌਰ ਤੇ ਲੈ ਕੇ ਜਾਂਦੇ ਰਹੇ ਨੇ। ਤੇ ਅੱਜ ਵੀ ਸਾਡੀਆਂ ਜਿਹੜੀਆਂ ਜਿਵੇਂ ਤ੍ਰਿਨੀਦਾਦ ਹੈਗਾ, ਵੈਸਟ ਇੰਡੀਜ਼ ਨੇ, ਤੇ ਉੱਥੇ ਬਕਾਇਦਾ ਤੌਰ ਤੇ ਸਾਡੇ ਇੰਡੀਅਨ ਪਾਪੂਲੇਸ਼ਨ ਜਿਹੜੀ ਉਸ ਵੇਲੇ ਜਹਾਜ਼ਾਂ 'ਚ ਭਰ ਕੇ ਲੈ ਕੇ ਗਈ ਆ, ਉਹ ਅੱਜ ਆਪਾਂ ਨੂੰ ਦਿਖਦੀ ਹੈ ਇੱਥੇ ਆਪਾਂ ਨੂੰ ਕੈਨੇਡਾ ਵਿੱਚ ਵੀ ਉੱਥੋਂ ਦੇ ਜੀ ਜੀ ਬਿਲਕੁਲ ਬਿਲਕੁਲ। ਹਾਂਜੀ, ਈਵਨ ਦੋ ਰੇਲਵੇ ਦੇ ਵੱਡੇ ਪ੍ਰੋਜੈਕਟ ਵਗੈਰਾ ਰੀਸੈਂਟ ਸਮਿਆਂ ਦੇ ਵਿੱਚ ਵੀ ਬਹੁਤ ਪੁਰਾਣੀ ਗੱਲ ਨਹੀਂ ਆ, ਉਹਨਾਂ ਵਾਸਤੇ ਵੀ ਹਿੰਦੁਸਤਾਨ ਤੋਂ ਲਿਆਂਦੇ ਗਏ। ਸਿੰਗਾਪੁਰ, ਹਾਂਗਕਾਂਗ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਚੌਕੀਦਾਰਾ ਕਰਨ ਲਈ ਜਿਹੜੇ ਸੀ ਇਸੇ ਤਰੀਕੇ ਨਾਲ ਲੋਕਾਂ ਨੂੰ ਲਿਜਾਇਆ ਗਿਆ ਸੀਗਾ ਜੀ। ਹਾਂਜੀ ਹਾਂਜੀ। ਤੇ ਇੰਡੀਆ ਚੋਂ ਜਿਹੜਾ ਸੀ, ਜੇ ਮੈਨੂੰ ਇੱਥੇ ਇੱਕ ਮਿਲੇ ਸੀਗੇ ਤ੍ਰਿਨੀਦਾਦ ਸੀਗੇ ਮਿੱਤਰ ਮੇਰੇ, ਉਹਨਾਂ ਨੇ ਜਿਵੇਂ ਜ਼ਿਕਰ ਕੀਤਾ ਕਿ ਕੀ ਸਿਸਟਮ ਆ, ਉਹ ਕਹਿੰਦੇ ਵੀ ਅਸੀਂ ਇੰਡੀਅਨ ਲੋਕ ਆ, ਸਾਨੂੰ ਯਾਦ ਆ ਸਾਡੇ ਜਿਹੜੇ ਦਾਦੇ ਪੜਦਾਦੇ ਜਿਹੜੇ ਨੇ ਉਹ ਪਿੰਡਾਂ ਦੇ ਨਾਮ ਵੀ ਬਿਹਾਰ ਤੋਂ ਹੋਰ ਆ। ਤੇ ਉਹਦੇ ਕਹਿਣ ਮੁਤਾਬਕ ਹੈਗਾ ਕਿ ਉੱਥੋਂ ਦੇ ਜਿਹੜੇ ਜਾਸਤੀ ਰਾਜੇ ਸੀਗੇ ਉੱਥੋਂ ਦੇ, ਉਹਨਾਂ ਨੇ ਸਾਨੂੰ ਧੱਕੇ ਦੇ ਨਾਲ ਜਹਾਜ਼ਾਂ ਦੇ ਵਿੱਚ ਜਿਹੜਾ ਸੀਗਾ ਉਹ ਸਾਨੂੰ ਵੇਚਿਆ। ਉਹ ਮਤਲਬ ਇੱਕ ਲੇਮੈਨ ਦੀ ਤਰ੍ਹਾਂ ਉਹ ਆਪਣੇ ਮਾਂ ਬਾਪ ਤੋਂ ਸੁਣਦੇ ਹੋਣਗੇ, ਜਿਵੇਂ
ਲੋਕ ਆਪਣੇ ਇੰਡੀਅਨ ਜਿਹੜੇ ਬਾਹਰ ਦੇ ਨਿਦਾਬ ਵਗੈਰਾ ਹੈਗੇ ਨੇ, ਉਹ ਕਹਿੰਦੇ ਵੀ ਸਾਨੂੰ ਜਿਹੜਾ ਸੀ ਵੀ ਸਾਡੇ ਦਾਦੇ ਪੜਦਾਦਿਆਂ ਨੂੰ ਧੱਕੇ ਨਾਲ ਉੱਥੋਂ ਰਿਆਸਤੀ ਰਾਜਾ ਨੇ ਵੇਚਿਆ ਸੀਗਾ, ਤੇ ਸਾਨੂੰ ਲਿਆ ਕੇ ਕਹਿੰਦੇ ਜਦੋਂ ਤ੍ਰਿਨੀਦਾਦ ਵਗੈਰਾ ਜਾਂ ਹੋਰ ਆ ਲੈ ਕੇ ਆਏ ਨੇ ਸਾਨੂੰ ਉੱਥੇ, ਤੇ ਉੱਥੇ ਕਹਿੰਦੇ ਸਾਨੂੰ ਉਸ ਵੇਲੇ ਗੰਨੇ ਦੀ ਖੇਤੀ ਤੇ ਇਹਦੀ ਨਾਰੀਅਲ ਵਗੈਰਾ ਦਾ ਜਿਹੜਾ ਸੀ ਉਹ ਕੰਮ ਧੱਕੇ ਨਾਲ ਬਾਉਂਡਰੀ ਲੇਵਲ ਦਾ ਕਰਾਇਆ। ਈਵਨ ਕਹਿੰਦੇ ਵੀ ਬਹੁਤ ਲੋਕ ਸੀ ਜਿਹੜੇ ਉਹ ਵਾਪਸ ਜਾਣ ਦੇ ਲਈ ਉਤਾਵਲੇ ਇੰਨੇ ਜ਼ਿਆਦਾ ਸੀਗੇ, ਮਤਲਬ ਫਰਸਟ੍ਰੇਟਡ ਹੋਏ, ਉਹਨਾਂ ਨੇ ਆਤਮ ਹੱਤਿਆਵਾਂ ਵਗੈਰਾ ਕੀਤੀਆਂ ਉਸ ਜ਼ਮਾਨੇ 'ਚ। ਇੰਡੀਅਨ ਲੋਕਾਂ ਦੀ ਗੱਲ ਕਰ ਰਹੇ ਹੈਗੇ। ਤੇ ਮੇਰੇ ਆਪਣੇ ਜ਼ਿਕਰ ਕਰਨ ਦਾ ਮਤਲਬ ਇਹ ਹੈ ਕਿ ਇੰਡੀਆ 'ਚ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਉੱਥੋਂ ਬਾਹਰੋਂ ਲਿਜਾਣ ਦੀ ਲੋੜ ਨਹੀਂ ਪਈ। ਤੋ ਇੰਡੀਆ ਦੇ ਜਿਹੜੇ ਰਿਆਸਤੀ ਰਾਜੇ ਸੀ ਉਹਨਾਂ ਕੋਲ ਆਲਰੇਡੀ ਇੰਡੀਆ ਦੇ ਵਿੱਚ ਬਾਉਂਡਡ ਲੇਵਲ ਬਹੁਤ ਜ਼ਿਆਦਾ ਸੀਗੀ, ਜਿਹਨੂੰ ਆਪਾਂ ਦੱਬੇ ਕੁਚਲੇ ਆਪਾਂ ਕੌਮਾਂ ਆਪਣੇ ਉੱਥੋਂ ਦੀਆਂ ਨੇ ਜਿਹੜੀਆਂ, ਉਹ ਵੀ ਵਿਗੜਿਆ ਹੈ ਰੂਪ ਸਲੇਵਰੀ ਵਰਗਾ ਰੂਪ ਸੀ ਜਿਹੜਾ ਇੰਡੀਆ ਦੇ ਵਿੱਚ ਆਲਰੇਡੀ ਸੀਗਾ। ਇਸ ਕਰਕੇ ਬਾਹਰੋਂ ਉੱਥੇ ਬਲੈਕ ਪਾਪੂਲੇਸ਼ਨ ਲਿਜਾਣ ਦੀ ਲੋੜ ਨਹੀਂ ਪਈ। ਇੰਡੀਆ ਚੋਂ ਜਿਹੜੀ ਜਨਤਾ ਆਪਣੀ ਮਜ਼ਦੂਰੀ ਲਈ ਵੀ ਜਿਹੜੀ ਪੈਸੇ ਦੇ ਇਵਜ਼ ਵਿੱਚ ਵੀ ਬਾਹਰ ਗਈ ਆ ਜਾਂ ਹੋਰ ਗਈ ਆ, ਉਹਦੇ 'ਚ ਕੀਨੀਆ ਦੇ ਵਿੱਚ ਤੇ ਸਾਊਥ ਅਫਰੀਕਾ ਦੇ ਵਿੱਚ ਇੰਡੀਅਨ ਲੇਬਰ ਸੀ ਜਿਹੜੀ ਉਹ ਜਾ ਕੇ ਉੱਥੇ ਰੇਲਵੇ ਦੇ ਪ੍ਰੋਜੈਕਟ ਜਿਹੜੇ ਪੂਰੇ ਕਰਨੇ ਸੀਗੇ। ਉਹਦੇ ਲਈ ਤੁਸੀਂ ਹੈਰਾਨ ਹੋਵੋਗੇ ਕਿ ਨੈਰੋਬੀ ਜਿਹੜਾ ਸੀ ਉਹ ਵਰਕਰ ਕਲੋਨੀ ਬਣਾਈ ਸੀ। ਨੈਰੋਬੀ ਵਰਕਰ ਕਲੋਨੀ ਬਣਾਈ ਸੀ ਕਿ ਰੇਲਵੇ ਦੇ ਪ੍ਰੋਜੈਕਟ ਹੋਣ, ਤੇ ਉਸ ਰੇਲਵੇ ਦੇ ਪ੍ਰੋਜੈਕਟ ਦੇ ਵਿੱਚ ਜਿਹੜਾ ਸੀ ਉਹ ਇੰਡੀਅਨ ਜਿਹੜੇ ਮਜ਼ਦੂਰ ਸੀ ਉਹ ਕਾਫੀ ਵੱਡੀ ਪੱਧਰ ਤੇ ਢੁੱਟਵਾਟਵਾਈ ਉਹਨਾਂ ਦੀ ਹੋਈ ਸੀ ਉਸ ਜ਼ਮਾਨੇ 'ਚ, ਤੇ ਬਹੁਤ ਸਾਰੇ ਮਜ਼ਦੂਰ ਸੀ ਜਿਹੜੇ ਔਖੀਆਂ ਹਾਲਤਾਂ ਦੇ 'ਚ ਪਟੜੀਆਂ ਵਿਛਾਉਂਦੇ ਹੋਏ ਉਹਨਾਂ ਦੀਆਂ ਉੱਥੇ ਮੌਤਾਂ ਵੀ ਹੋਈਆਂ। ਤੇ ਉਹ ਦੇਖੋ ਜਿਹੜੀ ਨੈਰੋਬੀ 'ਚ ਬਾਹਰੋਂ ਲਿਜਾ ਕੇ ਵਸਾਈ ਜਾਂਦਾ, ਅੱਜ ਨੈਰੋਬੀ ਜਿਹੜਾ ਹੈ ਇੱਕ ਸਭ ਤੋਂ ਵੱਡਾ ਉੱਥੋਂ ਦਾ ਸਾਊਥ ਅਫਰੀਕਾ ਦਾ ਵੱਡਾ ਸ਼ਹਿਰ ਮੰਨਿਆ ਜਾਂਦਾ। ਉਹ ਸੀਗੀ ਦੀ ਕਲੋਨੀ ਸੀ, ਮਤਲਬ ਇੰਨੀ ਵੱਡੀ ਪੱਧਰ ਤੇ ਬਾਹਰੋਂ ਮਾਈਗ੍ਰੇਸ਼ਨ ਇਹਨਾਂ ਨੇ ਕੀਤੀ ਹੈਗੀ ਆ। ਜਿਵੇਂ ਤ੍ਰਿਨੀਦਾਦ ਦੀ ਗੱਲ ਕਰਦੇ ਆ ਜਾਂ ਵੈਸਟ ਇੰਡੀਜ਼ ਦੀ ਆਪਾਂ ਗੱਲ ਕਰਦੇ ਆ ਕਿ ਜੀ ਡਾਕਟਰ ਸਾਹਿਬ ਇੱਕ ਚੀਜ਼ ਥੋੜੀ ਜਿਹੀ ਲੜੀ ਮੈਂ ਹੋਰ ਜੋੜਨੀ ਚਾਹੁੰਦਾ, ਕਿਉਂਕਿ ਆਪਣਾ ਇੰਟਰਸਟ ਜ਼ਿਆਦਾ ਫਿਰ ਉਹ ਬੜੇ ਭਾਰਤੀ ਸਬ ਕੰਟੀਨੈਂਟ ਵੱਲ ਅਸੀਂ ਚੱਲ ਜਾਂਦੇ ਆ। ਇੱਕ ਤੁਸੀਂ ਜ਼ਿਕਰ ਕੀਤਾ ਹੈ ਕਿ ਬ੍ਰਿਟਿਸ਼ ਨੂੰ ਉੱਥੇ ਲੋੜ ਨਹੀਂ ਪਈ ਕਿਉਂਕਿ ਉੱਥੋਂ ਦੇ ਜਿਹੜੇ ਲੋਕਲ ਰਜਵਾੜੇ ਸੀ ਉਹ ਉਹਨਾਂ ਕੋਲ ਪਹਿਲਾਂ ਹੀ, ਜਿਹਨਾਂ ਨੂੰ ਅੱਜ ਅਸੀਂ ਦਲਿਤ ਕਹਿੰਦੇ ਆ, ਦੱਬੇ ਕੁਚਲੇ ਸ਼ਬਦ ਤੁਸੀਂ ਵਰਤਿਆ, ਉਹ ਲੋਕ ਮੌਜੂਦ ਸੀਗੇ ਜਿਹੜੀਆਂ ਨਾ ਬਾਅਦ ਵਿੱਚ ਨੈਰੋਬੀ ਜਾਂ ਜਿੱਦਾਂ ਆਪਾਂ ਸਾਊਥ ਅਫਰੀਕਾ ਦੀ ਗੱਲ ਕਰਦੇ ਆ, ਉੱਥੇ ਜਿਹੜੇ ਲੋਕ ਜਬਰੀ ਭੇਜੇ ਜਾਂ ਉੱਥੇ ਉਹਨਾਂ ਨੂੰ ਰੇਲਵੇ ਦੇ ਪ੍ਰੋਜੈਕਟਾਂ ਤੇ ਲਾਇਆ, ਕੀ ਉਹ ਉਸ ਵਰਗ ਦੀ ਨੁਮਾਇੰਦਗੀ ਕਰਦੇ ਸੀ ਜਾਂ ਜਨਰਲ ਸਧਾਰਨ ਲੋਕਾਂ ਨੂੰ ਲਿਆਂਦਾ ਗਿਆ? ਮੈਨੂੰ ਤਾਂ ਲੱਗਦਾ ਉੱਥੇ ਜ਼ਿਆਦਾ ਦਲਿਤ ਭਾਈਚਾਰੇ ਵਾਲੀ ਗੱਲ ਕਦੀ ਪੜ੍ਹੀ ਸੁਣੀ ਨਹੀਂ ਆ। ਉੱਥੇ ਤਾਂ ਇਹੋ ਹੀ ਸੀਗਾ ਕਿ ਭਾਰਤੀ ਲੋਕਾਂ ਨੂੰ ਉੱਥੇ ਜਬਰੀ ਲੈ ਕੇ ਜਾਇਆ ਜਾਂਦਾ ਸੀਗਾ। ਹਾਂਜੀ, ਇਹ ਬਿਲਕੁਲ ਠੀਕ ਆ, ਕਿਉਂਕਿ ਸਮੇਂ-ਸਮੇਂ ਦੇ ਨਾਲ ਜਿਹੜਾ ਹੈ ਫਰਕ ਪੈਂਦਾ ਰਹਿੰਦਾ ਕਿ ਜਿਹੜੀ ਸਲੇਵਰੀ ਆ ਉਹਦਾ ਰੂਪ ਬਦਲਦਾ। ਹਾਂਜੀ, ਪਹਿਲੀ ਸਲੇਵਰੀ ਤਾਂ ਜਿਹੜੀ ਹੁੰਦੀ ਆ ਉਹ ਇਦਾਂ ਹੁੰਦੀ ਆ ਵੀ ਜ਼ਬਰਦਸਤੀ ਲੈ ਜਾਓ ਅਗਲੇ ਨੂੰ, ਤੇ ਉਦੋਂ ਅੱਗੇ ਸਲੇਵਰੀ ਇਹ ਵੀ ਹੁੰਦੀ ਆ ਕਿ ਤੁਸੀਂ ਬੈਟਰ ਓਪਰਚੁਨਿਟੀਜ਼, ਬੈਟਰ ਵੇਜਸ ਦੇ ਕੇ ਲੈ ਜਾਂਦੇ ਹੋ। ਤੇ ਇਹ ਜਿਹੜੀ ਮੁੱਢ ਕਦੀਮ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਆਪਾਂ ਤ੍ਰਿਨੀਦਾਦ ਵਗੈਰਾ ਆਪਾਂ ਕਹਿੰਦੇ ਆ, ਤੇ ਉੱਥੋਂ ਤਾਂ ਧੱਕੇ ਨਾਲ ਜਬਰੀ ਭੇਜੇ ਹੋਏ ਲੋਕ ਜ਼ਿਆਦਾ ਨਜ਼ਰ ਆਉਂਦੇ ਨੇ। ਪਰ ਜਿਹੜਾ ਸਾਊਥ ਅਫਰੀਕਾ 'ਚ ਰੇਲਵੇ ਪ੍ਰੋਜੈਕਟਾਂ ਦੀ ਗੱਲ ਆ, ਉਹ ਐਜ਼ ਏ ਲੇਬਰ ਦੇ ਤੌਰ ਤੇ ਗਏ ਨੇ। ਉਹਦੇ ਵਿੱਚ ਲੇਬਰ ਦਾ ਮਤਲਬ ਹੈਗਾ, ਲੇਬਰ ਦੇ ਵਿੱਚ ਨੈਚੁਰਲੀ ਆ ਵੀ ਉਹ ਬਿਨਾਂ ਕਿਸੇ ਜਾਤ ਪਾਤੀ ਭੇਦ ਦੇ ਤੋਂ ਜਿਨ੍ਹਾਂ ਦੀ ਕੋਲ ਹੋਣਾ ਭਰਤੀ ਜਿਹੜੀ ਮਜ਼ਦੂਰੀ ਤੌਰ ਤੇ ਗਏ ਨੇ, ਤੇ ਉੱਥੇ ਕਾਸਟ ਦੀ ਗੱਲ ਵੱਡੀ ਨਜ਼ਰ ਨਹੀਂ। ਸਾਊਥ ਅਫਰੀਕਾ ਦੀ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਉੱਥੇ ਨੈਰੋਬੀ ਵਗੈਰਾ 'ਚ ਉੱਥੇ ਜਾਣ ਵਾਸਤੇ ਕੋਈ ਕਾਸਟ ਵਾਲਾ ਭੇਦਭਾਵ ਘੱਟ ਹੋਊਗਾ, ਪਰ ਪੁਰਾਣੇ ਸਮਿਆਂ 'ਚ ਤ੍ਰਿਨੀਦਾਦ ਵਗੈਰਾ ਦੀ ਪੋਸੀਬਿਲਿਟੀ ਜ਼ਿਆਦਾ ਲੱਗਦੀ। ਜੀ ਬਿਲਕੁਲ ਡਾਕਟਰ ਸਾਹਿਬ, ਆਪਾਂ ਮੁੜ ਕੇ ਆਪਣੇ ਮੂਲ ਮੁੱਦੇ ਵੱਲ ਆਈਏ। ਜਿਹੜੇ ਸਲੇਵ ਸੀਗੇ ਜਿਹਨਾਂ ਨੂੰ ਲਿਆਂਦਾ ਜਾਂਦਾ ਸੀ ਅਫਰੀਕਾ ਤੋਂ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਵਾਸਤੇ ਲਾ ਜਿਹੜੇ ਉਹਨਾਂ ਦੇ ਓਨਰ ਸੀ ਉਹਨਾਂ ਵਾਸਤੇ ਮਹਾਰਾਣੀ ਨੇ ਇਹੋ ਜਿਹੇ ਬਣਾਏ ਹੋਏ ਸੀ ਕਿ ਉਹ ਰੇਪ ਤੱਕ ਵੀ ਕਰ ਲੈਣ, ਉਹਨਾਂ ਨੂੰ ਕੁੱਟਮਾਰ ਕਰ ਲੈਣ ਜਾਂ ਉਹਨਾਂ ਨਾਲ ਕੋਈ ਵੀ ਤਸ਼ੱਦਦ ਕਰਨ, ਉਹਨਾਂ ਨੂੰ ਆਮ ਮਾਫੀ ਦੇ ਦਿੱਤੀ ਜਾਂਦੀ ਸੀਗੀ। ਉਹਨਾਂ ਦੀਆਂ ਕਿਹੋ ਜਿਹੀਆਂ ਹਾਲਾਤਾਂ ਸੀ, ਕਿਹੋ ਜਿਹੇ ਮਤਲਬ ਜੀਵਨ ਦਾ ਕਿੱਦਾਂ ਦਾ ਜਿਹੜਾ ਉਹ ਪੱਧਰ ਸੀਗਾ, ਕਿਸ ਤਰੀਕੇ ਦੇ ਉਹਨਾਂ ਕੋਲ ਕੰਮ ਲੈ ਜਾਂਦੇ ਸੀ ਤੇ ਕਿੱਦਾਂ ਦਾ ਤਸ਼ੱਦਦ ਕੀਤਾ ਜਾਂਦਾ ਸੀ, ਕਿਸ ਤਰੀਕਾ ਦਾ ਉਹਨਾਂ ਨੂੰ ਕਿੱਥੇ ਰੱਖਿਆ ਜਾਂਦਾ ਸੀਗਾ, ਉਹਨਾਂ ਦੇ ਘਰ ਖੁਰਾਕ ਉਹਦਾ ਕਿਸ ਤਰ੍ਹਾਂ ਦਾ ਮਾਹੌਲ ਸੀਗਾ? ਥੋੜਾ ਜਿਹਾ ਹੋਰ ਸਾਨੂੰ ਵਿਸਤਾਰ 'ਚ ਸਮਝਾਓ ਇਹ ਗੱਲ। ਦੇਖੋ, ਇਹ ਤਾਂ ਜਿਵੇਂ ਆਪਾਂ ਜੇ ਹੁਣ ਜੋ ਆਪਣੇ ਸਮਿਆਂ 'ਚ ਆਪਾਂ ਉਦਾਹਰਨ ਦੇ ਦਈਏ ਕਿ ਜੇ ਘਰਾਂ ਦੇ ਵਿੱਚ ਇੰਡੀਆ ਦੇ ਆਪਾਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਡੰਗਰ ਪਸ਼ੂ ਰੱਖਣ ਦੀ ਜਿਵੇਂ ਹੁੰਦੀ ਆ ਕਿ ਇਹ ਡੰਗਰ ਪਸ਼ੂ ਦੀ ਨਹੀਂ ਮਰਜ਼ੀ ਹੁੰਦੀ ਕਿ ਕਿੱਥੇ ਉਹ ਬੰਨਿਆ ਜਾਂਦਾ। ਜਿੱਥੇ ਮਰਜ਼ੀ ਘਰ ਦੇ ਕਿਸੇ ਖੂੰਜੇ 'ਚ ਜਾਂ ਹੋਰ ਆ ਉੱਥੇ ਰੱਖਿਆ ਜਾਵੇ ਜਾਂ ਉਹਨੂੰ ਬਾਹਰਲੇ ਪਾਸੇ ਸ਼ੈੱਡ ਬਣਾ ਕੇ ਰੱਖਿਆ ਜਾਵੇ। ਤੇ ਇਹ ਇਸ ਕਰਕੇ ਇਹਦੇ ਵਿੱਚ ਕੋਈ ਉਹ ਆਪਾਂ ਮਤਲਬ
ਉਹਦੀ ਮਰਜ਼ੀ ਵਾਲੀ ਗੱਲ ਨਹੀਂ ਹੈਗੀ। ਜਿਹੜਾ ਸਲੇਵ ਹੈਗਾ ਉਹਨੂੰ ਛੱਪੜ ਝੌਂਪੜੀ 'ਚ ਜਾਂ ਉਹਨੂੰ ਜਿੰਦੇ ਲਾ ਕੇ ਰੱਖਣਾ ਜਾਂ ਵੀ ਭੱਜ ਨਾ ਜਾਵੇ ਹੋਰ ਆ, ਤੇ ਇਹ ਸਾਰਾ ਕੁਝ ਇਦਾਂ ਦਾ ਤਾਂ ਕੁਦਰਤੀ ਤੌਰ ਤੇ ਵਰਤਾਰਾ ਤਾਂ ਹੋਣਾ ਹੀ ਹੈਗਾ। ਤੇ ਕੈਨੇਡਾ ਦੀ ਜਿਹੜੀ ਗੱਲ ਹੈਗੀ ਆ ਉਹ ਜ਼ਿਆਦਾ ਤੌਰ ਤੇ ਜਿਹੜੀ ਖੇਤੀ ਵਗੈਰਾ 'ਚ ਹੋਰ ਆ ਵੀ ਉਸ ਕੰਮਾਂ ਦੇ ਵਿੱਚ ਸਲੇਵ ਰੱਖਣਾ ਜਿਹੜਾ ਸੀ ਉਹ ਇੱਥੇ ਉਸ ਇਕਨੋਮੀ 'ਚ ਉੱਥੇ ਵਰਤੇ ਗਏ ਨੇ। ਤੇ ਬਾਕੀ ਉਹ ਵੀ ਘਰਾਂ ਦਾ ਕੰਮ ਸਾਰਾ ਲੈਣ ਵਾਸਤੇ ਇੱਕ ਇੱਜ਼ਤ ਮਾਣ ਦੇ ਰੂਪ 'ਚ ਦੇਖਣਾ ਕਿ ਕਿਹਦੇ ਕੋਲ ਕਿੰਨੇ ਸਲੇਵ ਨੇ, ਰੁਤਬਾ ਜਿਹੜਾ ਸੀ ਸੁਸਾਇਟੀ ਦੇ ਵਿੱਚ। ਜਿਵੇਂ ਆਪਾਂ ਕਹਿੰਦੇ ਆ ਕਿ ਅੱਜ ਕੱਲ ਆਪਾਂ ਕਹੀਏ ਵੀ ਕਿਹਦੀ ਕਿੰਨੀ ਪ੍ਰਾਪਰਟੀ ਆ, ਉਦੋਂ ਅਸੀਂ ਕਿੰਨੇ ਸਲੇਵ ਦਾ ਓਨਰ ਹੈਗਾ, ਪ੍ਰਾਪਰਟੀ ਹੈਗੀ ਆ। ਜਿੰਨੇ ਵੀ ਨਾ ਆਸੇ ਪਾਸੇ ਆਪਾਂ ਦੇਖਦੇ ਆ ਸੜਕਾਂ ਦੇ ਅਲਮ ਗੱਲਮ ਰੱਖੇ ਯੂਨੀਵਰਸਿਟੀਆਂ ਦੇ ਜਿਹੜੇ ਨੇ, ਇਹ ਵੱਡੇ ਲੋਕ ਨੇ, ਜਿਹੜੇ ਵੱਡੇ ਰੁਤਬੇ ਵਾਲੇ ਲੋਕ, ਵੱਡੇ ਜਿਹੜੇ ਸਲੇਵ ਓਨਰ ਸੀਗੇ, ਉਹੀ ਬਹੁਤੀ ਇਹਨਾਂ ਦੀ ਨਜ਼ਰ ਆਉਂਦੀ ਹੈਗੀ। ਇਵਨ ਮੈਂ ਕੁਝ ਨਾਮ ਅੱਛਾ ਥੋੜਾ ਮੈਂ ਜ਼ਿਕਰ ਇੱਥੇ ਕਰੂੰਗਾ ਕਿ ਮੌਂਟਰੀਆਲ ਦੀ ਜਿਹੜੀ ਆਪਾਂ ਗੱਲ ਕੀਤੀ ਸੀ ਨਾ, ਉਹ ਜਿਹੜਾ ਕਿਤਾਬ ਬੁੱਕ ਲਿਖੀ ਸੀ ਮੌਂਟਰੀਆਲ ਵਾਸਤੇ ਹੀ ਲਿਖੀ ਸੀ ਉਹਨਾਂ ਨੇ। ਇਸ ਕਰਕੇ ਉਹਨਾਂ ਨੇ 0.1% ਜਿਹੜਾ ਪੋਪੂਲੇਸ਼ਨ ਸੀਗੀ ਉਹ ਮੌਂਟਰੀਆਲ ਦੀ ਜ਼ਿਕਰ ਕਰ ਰਹੇ ਸੀ ਉਹ। ਤੇ ਮੌਂਟਰੀਆਲ ਨਾਲੋਂ ਜਿਹੜੀ ਕਿਹਾ ਆਪਾਂ ਕਿ ਨੋਵਾ ਸਕੋਸ਼ੀਆ ਦੇ ਵਿੱਚ ਜਿਹੜੀ ਹੈਗੀ ਆ ਉਹ ਸੰਸਾਰ ਲੈਵਲ ਤੇ ਸਭ ਤੋਂ ਜ਼ਿਆਦਾ ਨਿਊ ਇੰਗਲੈਂਡ ਦੇ ਬਰਾਬਰ ਸਮਝੋ ਸਲੇਵ ਸੀਗੇ। ਉਹ ਜਿਹੜੀ ਬੁੱਕ ਪਹਿਲਾਂ ਲਿਖੀ ਸੀ, ਜਿਹੜੀ ਉਹਨਾਂ ਨੇ ਹਿਸਟੋਰੀਅਨ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਮੈਂਸ਼ਨ ਕੀਤਾ ਸੀ, ਉਹ ਸਿਰਫ ਮੌਂਟਰੀਆਲ ਦੇ ਸਪੈਸੀਫਿਕ ਸੀਗੀ ਉਹ। ਤੇ ਪਰ ਨੋਵਾ ਸਕੋਸ਼ੀਆ ਦਾ ਜਿਹੜਾ ਹੈਗਾ ਉਹ ਸਲੇਵ ਜ਼ਿਆਦਾ ਸੀਗੇ, ਨਾ ਕਿ ਮੌਂਟਰੀਆਲ 'ਚ ਨੋਵਾ ਸਕੋਸ਼ੀਆ ਜ਼ਿਆਦਾ ਸੀ। ਤੇ ਇਸੇ ਤਰ੍ਹਾਂ ਆਪਾਂ ਕਹੀਏ ਕਿ ਜਿਹੜਾ ਇੱਥੇ ਐਕਟ ਦੇ ਆਪਾਂ ਜੇ ਗੱਲ ਕਰੀਏ ਕਿ ਇਹ ਕਿੱਦਾਂ ਸਾਹਮਣੇ ਆਇਆ ਕਿ ਐਕਟ ਬਣਨਾ ਚਾਹੀਦਾ ਹੈਗਾ। ਤੇ ਜਿਵੇਂ ਇੱਥੇ ਨਾ ਇੱਕ ਘਟਨਾ ਹੋਈ ਸੀ ਨਾਇਗਰਾ ਲੇਕ ਦੇ ਉੱਤੇ। ਇਹ ਹੈਗੇ 1793 ਦੀ ਗੱਲ ਹੈਗੀ ਹੈ। 1793 ਚ ਵੱਡੀ ਘਟਨਾ ਹੋਈ ਸੀ ਤੇ ਨਾਇਗਰਾ ਲੇਕ ਦੇ ਵਿੱਚ ਲੋਕਾਂ ਨੇ ਇੱਕ ਦੇਖਿਆ ਕਿ ਇੱਕ ਔਰਤ ਜਿਹੜੀ ਹੈਗੀ ਆ, ਗੁਲਾਮ ਔਰਤ ਜਿਹੜੀ ਹੈਗੀ ਆ, ਤੇ ਉਹਦਾ ਨਾਮ ਕੋਲੇ ਕੂਲੇ ਜਿਹੜੀ ਹੈਗੀ ਆ, ਉਹਨੂੰ ਜ਼ਬਰਦਸਤੀ ਜਿਹੜੀ ਹੈਗੀ ਆ ਉਹਨੂੰ ਜਹਾਜ਼ 'ਚ ਲੱਦਿਆ ਜਾ ਰਿਹਾ, ਫੜ ਕੇ ਉਹਨੂੰ ਬਾਜ਼ਾਰਾਂ ਦੇ ਵਿੱਚੋਂ, ਬਾਜ਼ਾਰ ਦਾ ਜੋ ਵੀ ਪਬਲਿਕਲੀ ਉਹਨੂੰ ਘੜੀਸ ਕੇ ਉਹਨੂੰ USA ਲੈ ਕੇ ਜਾਣਾ ਬੰਦਿਆਂ ਨੇ। ਆਰਮਡ ਮੈਨ ਸੀ, ਗਰੁੱਪ ਆਫ ਆਰਮਡ ਮੈਨ ਜਿਹੜੇ ਸੀਗੇ, ਤੇ ਉਹਨੂੰ ਯੂਨਾਈਟਿਡ ਸਟੇਟਸ ਲੈ ਕੇ ਜਾਣਾ ਚਾਹੁੰਦੇ ਸੀਗੇ ਉਹ। ਤੇ 1793 ਦੀ ਗੱਲ ਆ, ਉਹ ਨਹੀਂ ਗਈ। ਤੇ ਦੂਜੀ ਗੱਲ ਵੀ ਕੂਲੇ ਜਿਹੜੀ ਹੈਗੀ ਆ ਉਹ ਬੰਦੇ ਦੀ ਮਲਕੀਅਤ ਸੀਗੀ, ਤੇ ਉਹ ਇਸ ਕਰਕੇ ਉਹ ਪਬਲਿਕਲੀ ਲੋਕਾਂ ਸਾਹਮਣੇ ਕੁੱਟ ਰਿਹਾ ਸੀ, ਤੇ ਉਹ ਕਾਨੂੰਨੀ ਤੌਰ ਤੇ ਹੱਕਦਾਰ ਸੀਗਾ। ਇਸ ਕਰਕੇ ਉਹਦੀ ਆਵਾਜ਼ ਜਿਹੜੀ ਸੀ ਉਹ ਡਿਸਟੈਂਸ ਉਹਨੇ ਕੀਤੀ ਵੀ, ਪਰ ਉਹ ਆਪਾਂ ਕਹੀਏ ਵੀ ਨੈਚੁਰਲੀ ਆ, ਵੀ ਉਹਦੀ ਮਰਜ਼ੀ ਨਹੀਂ ਸੀਗੀ। ਤੇ ਉਸ ਤੋਂ ਬਾਅਦ ਪੀਟਰ ਮਾਰਟਿਨ ਬਲੈਕ ਲਾਇਲਿਸਟ ਟਰਮ ਜਿਹੜੀ ਵਾਰ-ਵਾਰ ਆਉਂਦੀ ਹੈ ਕਿ ਵਫਾਦਾਰ, ਬਲੈਕ ਵਫਾਦਾਰ ਜਿਹੜੀ ਟਰਮ ਸੀ, ਉਹ ਜਿਹੜੇ ਰਾਣੀ ਆਜ਼ਾਦ ਲੋਕ ਜਿਹੜੇ ਰਾਣੀ ਦਾ ਸਾਥ ਦਿੰਦੇ ਸੀਗੇ, ਕੁਈਨ ਦਾ, ਬ੍ਰਿਟਿਸ਼ ਗਵਰਨਮੈਂਟ ਦਾ ਸਾਥ ਦਿੰਦੇ ਸੀਗੇ, ਉਹ ਚਾਹੇ ਆਜ਼ਾਦ ਸੀ, ਮਤਲਬ ਉਹ ਲਾਇਲਿਸਟ ਦਾ ਨਾਮ ਦਿੱਤਾ ਵੀ ਲਾਇਲਿਸਟ ਹੁੰਦੇ ਸੀ। ਤੇ ਉਹ ਈਵਨ ਉਹ ਬਲੈਕ ਜਿਹੜੇ ਲੋਕ ਸੀ ਜਿਨ੍ਹਾਂ ਨੇ ਅਮਰੀਕਨ ਰੈਵੋਲੂਸ਼ਨ ਦੇ ਵਿੱਚ ਵੀ ਉੱਥੇ ਵੀ ਰਾਣੀ ਦਾ ਸਾਥ ਦਿੱਤਾ, ਉਹਨਾਂ ਨੂੰ ਲਾਇਲਿਸਟ ਦੀ ਟਰਮ ਯੂਜ਼ ਹੁੰਦੀ ਹੈਗੀ ਹਿਸਟਰੀ ਦੇ ਵਿੱਚ। ਤੇ ਇਦਾਂ ਹੀ ਪੀਟਰ ਮਾਰਟਿਨ ਜਿਹੜੀ ਇੱਕ ਫਰੀ ਬਲੈਕ ਲਾਇਲਿਸਟ ਸੀਗੀ, ਤੇ ਉਹ ਰੈਵੋਲੂਸ਼ਨਰੀ ਵਾਰ ਦੇ ਵਿੱਚ ਉੱਥੋਂ ਦੀ ਵੈਟਰਨ ਵੀ ਸੀਗੀ ਉਹ। ਤੇ ਉਹਨੇ ਉਸ ਘਟਨਾ ਨੂੰ ਦੇਖ ਕੇ, ਉਹ ਔਰਤ ਦੀ ਘਟਨਾ ਜਦੋਂ ਇੰਨੀ ਜ਼ਿਆਦਾ ਪਾਪੂਲਰ ਹੋਈ, ਲੋਕਾਂ 'ਚ ਰੌਲਾ ਪਿਆ, ਤੇ ਅਪਰ ਕੈਨੇਡੀਅਨ ਅਥਾਰਟੀਜ਼ ਦੇ ਕੋਲ ਉਹਨੇ ਇਸ ਗੱਲ ਦੀ ਲਿਖਤੀ ਤੌਰ ਤੇ ਇਸ ਗੱਲ ਦਾ ਉਹਨੇ ਐਗਜ਼ੈਕਟਿਵ ਕਾਉਂਸਲ ਸਾਹਮਣੇ ਇਹ ਗੱਲ ਰੱਖੀ ਕਿ ਇਦਾਂ ਕਰਕੇ ਜਿਹੜੇ ਸੀਗੇ ਵੀ ਇਹ ਘਟਨਾ ਹੋਈ ਹੈਗੀ ਆ। ਤੇ ਉਹਦੇ ਕਰਕੇ ਵਾਇਲੈਂਟ ਜਿਹੜਾ ਸੀ ਲੋਕਾਂ 'ਚ ਗੁੱਸਾ ਜਿਹੜਾ ਜ਼ਿਕਰ ਕੀਤਾ ਉਹਨੇ, ਤੇ ਉਹਦੇ ਕਰਕੇ ਹੀ ਜਿਹੜਾ ਇੱਥੋਂ ਦੇ ਕਾਨੂੰਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਲੇਵਰੀ ਜਿਹੜੀ ਹੈਗੀ ਹੈ, ਇੰਨਾ ਧੱਕਾ ਨਹੀਂ ਚਾਹੀਦਾ। ਉਸ ਸਮੇਂ ਦੀ ਸਰਕਾਰਾਂ ਦੇ ਇਹ ਧਿਆਨ 'ਚ ਆਇਆ ਵੀ ਸਲੇਵਰੀ 'ਚ ਇੰਨਾ ਧੱਕਾ ਨਹੀਂ ਚਾਹੀਦਾ, ਤੇ ਉਹਨਾਂ ਨੇ 1793 ਦਾ ਐਕਟ ਇਹਨੂੰ ਲਿਮਿਟ ਕਰਨ ਦੇ ਲਈ ਵੀ ਗੁਲਾਮਾਂ ਨਾਲ ਇਹਨਾਂ ਧੱਕਾ ਨਹੀਂ ਕਰਨਾ ਚਾਹੀਦਾ, ਇਹ ਉਸ ਸਮੇਂ 1793 ਦਾ ਐਕਟ ਜਿਹੜਾ ਸੀ ਉਹ ਬਣਦਾ ਹੈਗਾ। ਤੇ ਬ੍ਰਿਟਿਸ਼ ਅੰਪਾਇਰ ਦੇ ਵੱਲੋਂ ਲੈਜਿਸਲੇਸ਼ਨ ਜਿਹੜਾ ਸੀਗਾ ਉਹ ਰੈਡੀਕਲ ਡਾਕੂਮੈਂਟ ਦੀ ਤਰ੍ਹਾਂ ਉਹਨਾਂ ਨੇ ਪਾਸ ਕੀਤਾ ਜਿਹੜਾ ਸੀਗਾ। ਤੇ ਇਹ ਜਿਹੜੀ ਸੀ ਜਿਹੜੇ ਫਿਰ ਉਸ ਸਮੇਂ ਇਹ ਗੱਲ ਫਿਰ ਆ ਗਈ ਕਿ ਇਹਦੇ 'ਚ ਇੱਕ ਰਿਫਾਰਮ ਜਿਹਾ ਤਰੀਕਾ ਉਹਨਾਂ ਨੇ ਵਰਤਿਆ ਕਿ ਅਸੀਂ ਰਿਫਾਰਮ ਦੇ ਤਰੀਕੇ ਦੇ ਨਾਲ ਇਹਨੂੰ ਆਪਾਂ ਕਰਾਂਗੇ। ਕੁਝ ਛੋਟਾਂ ਦਿੱਤੀਆਂ ਉਹਨਾਂ ਨੇ, ਤੇ ਇਹ ਐਕਟ ਜਿਹੜਾ ਸੀਗਾ ਇਸੇ ਚੀਜ਼ ਨੂੰ ਮੰਨਿਆ ਜਾਂਦਾ ਕਿ 1793 ਦਾ ਜਿਹੜਾ ਐਕਟ ਹੈਗਾ ਇਹਨੇ
ਇੱਕ ਮੀਲ ਪੱਥਰ ਸਾਬਤ ਹੋਊਗਾ ਵੀ ਆਪਾਂ ਜੇ ਕਹੀਏ ਕਿ ਸਲੇਵਰੀ ਨੂੰ ਖਤਮ ਕਰਨ ਦੀ। ਮੁੱਢ ਬੰਨਤਾ ਇਸ ਚੀਜ਼ ਨੇ, ਮੁੱਢ ਬੰਨ ਦਿੱਤਾ ਕਿ ਇਸ ਪਾਸੇ ਲੋਕ ਸੋਚਣਾ ਸ਼ੁਰੂ ਕਰ ਦੇਣ। ਡਾਕਟਰ ਸਾਹਿਬ ਇੱਕ ਤੁਸੀਂ ਟਰਮ ਵਰਤੀ ਆ ਬਲੈਕ ਲਾਇਲਿਸਟ, ਜਿਹੜੇ ਉਹਨਾਂ ਦੇ ਵਫਾਦਾਰ ਸੀਗੇ ਬਲੈਕ ਲੋਕ, ਪਰ ਜਿਹੜੇ ਬਲੈਕ ਲੋਕ ਨੇ ਉਹਨਾਂ ਦਾ ਓਰੀਜਨ ਤੇ ਹੈਗਾ ਜਿਹੜਾ ਉਹ ਅਫਰੀਕਨ ਸਬ ਕੰਟੀਨੈਂਟ ਹੈ, ਤੇ ਉੱਥੋਂ ਜਿੰਨੇ ਵੀ ਲੋਕ ਆਏ ਉਹਨਾਂ ਨੂੰ ਹਮੇਸ਼ਾ ਗੁਲਾਮਾਂ ਦੀ ਤਰ੍ਹਾਂ ਲਿਆਂਦਾ ਗਿਆ। ਕੀ ਇੱਥੇ ਆ ਕੇ ਵੀ ਉਹ ਕੋਈ ਅਪਰ ਲੇਅਰ ਬਣ ਗਏ ਸੀਗੇ ਕਿ ਉਹ ਉਹਨਾਂ ਦੇ ਜਿਹੜੇ ਕੁਈਨ ਦੇ ਨਾਲ ਲਿੰਕ ਬਣ ਗਏ ਜਾਂ ਕੁਈਨ ਦੀ ਸਪੋਰਟ ਤੇ ਆ ਗਏ? ਉਹ ਲੋਕ ਕੀ ਗੁਲਾਮੀ ਕਰਕੇ ਨਹੀਂ ਸੀ ਇੱਥੇ ਲਿਆਂਦੇ ਗਏ ਯੂਰਪ 'ਚ, ਜਾਂ ਆਪਣੇ ਜਿਹੜਾ ਹੁਣ ਆਪਾਂ ਨਾਰਥ ਅਮਰੀਕਨ ਕਹਿ ਰਹੇ ਏਰੀਆ, ਜਿੰਨੇ ਲੋਕ ਵੀ ਉਸ ਸਮੇਂ ਜਿਹੜਾ ਅਫਰੀਕਨ ਜਿਹੜਾ ਸਬ ਕੰਟੀਨੈਂਟ ਹੈ ਉਹ ਚੋਂ ਲਿਆਂਦੇ ਸੀਗੇ, ਉਹ ਲਿਆਂਦੇ ਤੇ ਹਮੇਸ਼ਾ ਗੁਲਾਮ ਕਰਕੇ ਸੀ। ਕੀ ਉਹਨਾਂ ਦੀ ਕੋਈ ਅਪਰ ਲੇਅਰ ਵੀ ਸੀ ਜਿਹੜੀ ਉਹਨਾਂ ਦੀ ਸਪੋਰਟ ਕਰਦੀ ਸੀ, ਜਾਂ ਉਹ ਇੱਥੇ ਆ ਕੇ ਅਪਰ ਲੇਅਰ ਬਣ ਗਈ ਸੀ? ਦੇਖੋ ਅਪਰ ਲੇਅਰ ਦੇ ਰੂਪ ਚ ਨਾਲੋਂ ਕਹਿਣ ਨਾਲੋਂ ਤਾਂ ਆਪਾਂ ਕਿਹਾ ਜਾ ਸਕਦਾ ਕਿ ਵੀ ਜਿਹੜੇ ਪਾਰਟ ਐਂਡ ਪਾਰਸਲ, ਜਿਵੇਂ ਕਹਿੰਦੇ ਵੀ ਗਵਰਨਮੈਂਟ ਦੇ ਨਾਲ ਉਹਨਾਂ ਦਾ ਹਰ ਐਕਸ਼ਨ ਦੇ ਵਿੱਚ ਸਪੋਰਟ ਕਰਨ ਵਾਲੀ ਗੱਲ ਹੁੰਦੀ ਆ ਨਾ, ਜਿਨ੍ਹਾਂ ਨੂੰ ਆਪਾਂ ਕਹਿੰਦੇ ਈਵਨ ਤੁਹਾਨੂੰ ਕਹਿੰਦੇ ਆ ਕਿ ਇੱਥੇ ਜਦੋਂ ਇੱਕ ਫਾਂਸੀ ਦਿੱਤੀ ਗਈ ਸੀ ਪਹਿਲੀ ਔਰਤ ਦਾ ਨਾਮ ਮੈਂ ਤੁਹਾਨੂੰ ਦੱਸੂਗਾ ਅੱਗੇ, ਉਹਨੂੰ ਫਾਂਸੀ ਹੋਈ ਸੀਗੀ ਤੇ ਇੱਕ ਐਕਟਿਵਿਸਟ ਦੇ ਤੌਰ ਤੇ ਉਹ ਸਲੇਵ ਐਕਟਿਵਿਸਟ ਸੀਗੀ, ਸਲੇਵ ਫਰੀडम ਐਕਟਿਵਿਸਟ ਸੀਗੀ, ਫਾਂਸੀ ਹੋਈ ਸੀ ਤੇ ਉਹਨੂੰ ਈਵਨ ਫਾਂਸੀ ਦੇਣ ਦਿੱਤੀ, ਜਦੋਂ ਫਾਂਸੀ ਦੇਣ ਵਾਲਾ ਜਿਹੜਾ ਜਲਾਦ ਆਪਾਂ ਕਹਿ ਸਕਦੇ ਆ ਆਪਣੀ ਟਰਮ ਦੇ ਵਿੱਚ, ਉਹ ਵੀ ਬਲੈਕ ਹੀ ਸੀਗਾ, ਸਲੇਵ ਸੀ। ਕਹਿੰਦਾ ਮਤਲਬ ਫਰਕ ਹੈਗਾ ਕਿ ਤੁਸੀਂ ਕਿਹੜੀ ਸਾਈਡ ਤੇ ਖੜੇ ਹੋ। ਉਹ ਜਿਹੜਾ ਜਲਾਦ ਆ ਨੈਚੁਰਲੀ ਲਾਇਲਿਸਟ ਹੋਊਗਾ, ਕਹਿੰਦਾ ਮਤਲਬ ਆ ਕਿ ਜਦੋਂ ਕਲਾਸ ਵਾਰ ਹੁੰਦੀ ਆ ਤੇ ਤੁਸੀਂ ਕਿਹੜੇ ਪਾਸੇ ਖੜੇ ਹੋ, ਉਹ ਲਾਇਲਿਸਟ ਆਫ ਨੇਚਰ ਹੋਣਗੇ ਜਿਹੜੇ ਉਹਨਾਂ ਵੱਲ ਖੜੇ ਹੋਣਗੇ। ਨਹੀਂ ਉਹ ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਮੇਰਾ ਸਵਾਲ ਬੇਸਿਕ ਸਵਾਲ ਇਹ ਸੀਗਾ ਕਿ ਜਿਹੜੇ ਬਲੈਕ ਆ ਉਹ ਇਹਨਾਂ ਧਰਤੀਆਂ ਦੇ ਮਤਲਬ ਇੱਥੇ ਦੇ ਮਤਲਬ ਉਹ ਬਸ਼ਿੰਦੇ ਨਹੀਂ ਸੀਗੇ, ਨਾ ਉਹ ਯੂਰਪ ਦੇ ਵਿੱਚ ਉਹਨਾਂ ਦੇ ਪਰਿਵਾਰਕ ਪਿਛੋਕੜ ਸੀ ਜਿਹਨੂੰ ਬਲੈਕ ਓਰੀਜਨਲੀ ਬਲੈਕ ਪੀਪਲ ਅਸੀਂ ਕਹਿੰਦੇ ਆ, ਤੇ ਨਾ ਹੀ ਉਹ ਨਾਰਥ ਅਮਰੀਕਨ ਧਰਤੀਆਂ ਤੇ ਸੀ। ਇਹ ਸਾਰੇ ਦੇ ਸਾਰੇ ਜਿਹੜੇ ਅਫਰੀਕਨ ਸਬ ਕੰਟੀਨੈਂਟ ਤੋਂ ਹੀ ਲਿਆਂਦੇ ਗਏ, ਤੇ ਜਿਹੜੇ ਲਾਇਲ ਬਣ ਗਏ ਇਹਨਾਂ ਚੋਂ ਆ ਕੇ, ਕਿ ਉਹਨਾਂ ਦੇ ਵਿੱਚੋਂ ਹੀ ਅਗਲੀਆਂ ਕੁਝ ਪੀੜ੍ਹੀਆਂ ਲਾਇਲ ਪਾਉਗੀਆਂ, ਜਾਂ ਕੋਈ ਉੱਥੇ ਵੀ ਇਸ ਤਰ੍ਹਾਂ ਦੀ ਕ੍ਰੀਮੀ ਲੇਅਰ ਸੀਗੀ, ਕਲਾਸ ਸੀਗੀ, ਉੱਥੇ ਵੀ ਤੇ ਕੋਈ ਸਿਸਟਮ ਚੱਲਦਾ ਹੋਏਗਾ, ਉਹ ਇਹਨਾਂ ਦੀ ਸਪੋਰਟ ਤੇ ਆ ਗਏ ਸੀ ਕਿ ਕੋਈ ਗੱਲ ਨਹੀਂ ਤੁਸੀਂ ਚੁੱਕੋ ਜਿੰਨੇ ਮਰਜ਼ੀ ਲੋਕਾਂ ਨੂੰ ਸਲੇਵ ਬਣਾ ਲਓ। ਦੇਖੋ ਜੀ ਰੁਤਬੇ ਵਾਲੀ ਗੱਲ ਤਾਂ ਜਿਹੜੀ ਹੁੰਦੀ ਆ ਕਿ ਤੁਸੀਂ ਕਿਹਦੇ ਗੁਲਾਮ ਹੋ। ਗੁਲਾਮਾਂ ਦੇ ਵਿੱਚ ਵੀ ਰੁਤਬਾ ਹੋਊਗਾ ਵੀ ਤੁਸੀਂ ਕਿਹਦੇ ਗੁਲਾਮ ਹੋ। ਜਿਹੜਾ ਵੱਡੇ ਬੰਦੇ ਦਾ ਗੁਲਾਮ ਆ ਉਹਦਾ ਵੀ ਰੁਤਬਾ ਆਪਣਾ ਹੈਗਾ, ਤੇ ਉਹ ਫਿਰ ਉਹਦੇ ਹਰ ਕੰਮ ਦੇ ਵਿੱਚ ਈਵਨ ਦੋ ਗੁਲਾਮਾਂ ਦੇ ਵਿੱਚ ਵੀ ਮਤਲਬ ਰੁਤਬੇਬਾਜ਼ੀ ਜਾਂ ਇੱਕ ਕਿਸਮ ਦੀ ਲੇਅਰ ਬਣ ਗਈ ਸੀ ਕਿ ਕੋਈ ਵੱਡੇ ਬੰਦੇ ਦਾ ਗੁਲਾਮ ਹੈ ਤੇ ਉਹਦੀ ਹਸੀਅਤ ਵੱਧ ਸੀ, ਜੇ ਕੋਈ ਮਾੜੇ ਬੰਦੇ ਦਾ ਗੁਲਾਮ ਤੇ ਉਹਦੀ ਘੱਟ ਸੀ। ਇਹ ਦੇਖੋ ਇਹ ਤਾਂ ਸੋਸਾਇਟੀ ਦਾ ਪਾਰਟ ਆਪਣੇ ਵੀ ਆ, ਆਪਣੇ ਇੰਡੀਆ ਆਪਾਂ ਜਿੰਨੀ ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਵੀ ਇਦਾਂ ਹੀ ਹੈਗਾ। ਤੇ ਜੇ ਕੋਈ ਆਪਾਂ ਕਹੀਏ ਵੀ ਜਿਹੜਾ ਕਿਸੇ ਚੰਗੇ ਘਰ ਦਾ ਨੌਕਰ ਹੈਗਾ, ਅਮੀਰ ਘਰ ਦਾ ਨੌਕਰ ਆ, ਤੇ ਉਹਦੀ ਟੌਰ ਵੱਖਰੀ ਹੋਏਗੀ, ਜਿਹੜਾ ਗਰੀਬ ਘਰ ਦਾ ਨੌਕਰ ਉਹਦੀ ਟੌਰ ਵੱਖਰੀ ਹੋਏਗੀ। ਸਮਝਦਾ ਤੇ ਇਹੀ ਆਪਾਂ ਮਤਲਬ ਇਹ ਕਹਿ ਸਕਦੇ ਹਾਂ ਕਿ ਉਹ ਜਦੋਂ ਸਰਕਾਰੀ ਕੰਮਾਂ, ਸਰਕਾਰੀ ਜਿਹੜਾ ਅਸੀਂ ਲੋਕ ਸੀ ਉਹਨਾਂ ਨਾਲ ਉਹ ਸਾਥ ਦੇਣ ਲੱਗ ਗਏ ਹੋਣਗੇ, ਉਹਨਾਂ ਨੇ ਫਿਰ ਖੁੱਲਾਂ ਵੀ ਕੁਝ ਦਿੱਤੀਆਂ ਹੋਣਗੀਆਂ, ਲਾਇਲ ਬਣੀਆਂ ਹੋਣਗੀਆਂ, ਤਾਂ ਉਹ ਫਿਰ ਨੈਚੁਰਲੀ ਆਪਣੇ ਆਪ ਨੂੰ ਪਾਰਟ ਐਂਡ ਪਾਰਸਲ ਵਫਾਦਾਰ ਦੇ ਰੂਪ ਚ ਆਏ ਹੋਣਗੇ। ਤੇ ਇਹ ਮੈਂ ਦੱਸ ਰਿਹਾ ਸੀਗਾ ਜਿਹੜਾ ਐਕਟ ਬਣਿਆ, ਇਹ ਜਿਹੜੀ ਛੋਟਾਂ ਕੀ ਦਿੱਤੀਆਂ ਕਿ ਇਹ ਚ ਆਇਆ ਵੀ ਇਹ ਇਦਾਂ ਨਹੀਂ, ਧੱਕਾ ਇੰਨਾ ਨਹੀਂ ਚਾਹੀਦਾ, ਵੀ ਇਹਨੂੰ ਆਪਾਂ ਖਤਮ ਕਰਾਂਗੇ, ਫੇਜ਼ ਵਾਈਜ਼ ਸਲੇਵਰੀ ਨੂੰ ਆਪਾਂ ਖਤਮ ਕਰ ਦੇਣਾ ਹੈਗਾ। ਹਾਂਜੀ, ਜਿਹੜਾ 1793 ਦਾ ਐਕਟ ਜਿਹੜਾ ਹੈਗਾ ਉਹ ਛੋਟਾਂ ਹੀ ਦਿੱਤੀਆਂ ਕਿ ਜਿਹੜਾ ਸਲੇਵ ਹੈਗਾ, ਜਿਹੜਾ 6 ਸਾਲ ਉਹਨਾਂ ਨੇ ਇਹ ਨਹੀਂ ਕਿਤਾ ਯਾਦ ਕੀਤਾ, ਉਹਨਾਂ ਨੇ ਲਿਮਿਟੇਸ਼ਨ ਕਰਨੀ ਸ਼ੁਰੂ ਕਰਤੀਆਂ। ਉਹਨਾਂ ਨੇ ਕਹਿੰਦਾ ਕਿ 40 ਘੰਟੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਕੰਮ ਆ ਨਾ ਉਹ ਮਾਲਕ ਲਈ ਤੈਨੂੰ ਫ੍ਰੀ ਕਰਨਾ ਪਊਗਾ। ਅੱਛਾ ਜੀ, ਵੀ 40 ਘੰਟੇ ਫ੍ਰੀ ਕੰਮ ਤੂੰ ਮਾਲਕ ਲਈ ਕਰੇਗਾ, ਬਾਕੀ ਕੰਮ ਤੂੰ ਇੱਧਰ ਉੱਧਰ ਕਰਨ ਦਾ, ਆਪਣਾ ਆਨੰਦ ਮਾਣਨ ਦਾ ਤੈਨੂੰ ਹੈਗਾ ਹੱਕ ਹੋਏਗਾ। ਠੀਕ ਹੈ, ਹੱਕ ਹੋਏਗਾ ਵੀ ਮਾਲਕ ਦੇ ਪੈਸੇ ਜਿਹੜੇ ਪੂਰੇ ਕਰਨ ਦਾ ਮਤਲਬ ਮਾਲਕ ਦਾ ਹੱਕ ਵੀ ਰੱਖਣਾ ਉਹਨਾਂ ਨੇ ਐਂ ਸੋਚਿਆ। ਤੇ ਇਹਨੂੰ ਫਿਰ ਉਹਨਾਂ ਨੇ ਕਿਹਾ ਵੀ ਉਹ ਫਿਰ ਅਪ੍ਰੈਂਟਿਸ ਦਾ ਨਾਮ ਦਿੱਤਾ ਕਿ ਹੁਣ ਇਹ ਬੰਦਾ ਅਪ੍ਰੈਂਟਿਸ ਤੇ ਆ, ਸਲੇਵ ਵੀ ਉਹ 40 ਘੰਟੇ ਕੰਮ ਤੇ ਆ ਗਿਆ, ਹਨਾ। ਮਤਲਬ 6 ਸਾਲ ਦੀ ਗੁਲਾਮੀ ਤੋਂ ਬਾਅਦ ਉਹਨੂੰ ਥੋੜੀਆਂ ਛੋਟਾਂ ਮਿਲੀਆਂ ਕਿ 6 ਸਾਲ ਤੋਂ ਬਾਅਦ ਤੂੰ 40 ਘੰਟੇ ਕੰਮ ਕਰੇਗਾ, 6 ਸਾਲ ਪਹਿਲਾਂ ਭਾਵੇਂ ਉਹਨੂੰ 24 ਘੰਟੇ ਵਰਤੇ ਰਹਿਣ। ਹਾਂਜੀ, ਪਹਿਲਾਂ ਸਲੇਵ ਦਾ ਤਾਂ ਰਾਤ ਨੂੰ ਜਾਗਣ ਦਾ ਤਾਂ ਕੋਈ ਹੱਕ ਨਹੀਂ ਹੈਗਾ, ਪਰ ਇੱਥੇ ਥੋੜੀ 1797 ਦਾ ਐਕਟ ਹੱਕ ਦੇ ਦਿੰਦਾ ਇਹਨਾਂ ਨੂੰ।
ਤੇ ਫਿਰ ਉਹਨੇ ਕਿਹਾ ਕਿ ਚਿਲਡਰਨ ਜਿਹੜੇ ਬੱਚੇ ਹੈਗੇ ਨੇ, ਤੇ ਉਹ ਜਿਹੜੇ ਸਲੇਵ ਦਾ ਬੱਚਾ ਹੈਗਾ ਜਿਹੜਾ 1793 ਤੋਂ ਬਾਅਦ ਬੌਰਨ ਹੋਊਗਾ, ਵੀ ਉਹ ਮਾਲਕ ਦੀ ਰਜਿਸਟਰੀ ਨਹੀਂ ਹੈਗੀ, ਸਮਝ ਲਓ। ਜਿਹੜਾ ਉਸ ਤੋਂ ਬਾਅਦ ਦਾ ਬੱਚਾ ਜਿਹੜਾ ਪੈਦਾ ਹੋਊਗਾ ਉਹ ਬੱਚਾ ਸਲੇਵ ਨਹੀਂ ਹੋਊਗਾ। ਅੱਛਾ ਜੀ। ਹਾਂਜੀ, ਤੇ ਕਿੰਨੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਸਲੇਵ ਦਾ ਬੱਚਾ ਨੇਚਰਲੀ ਸਲੇਵ ਹੀ ਹੁੰਦਾ ਸੀਗਾ, ਹਨਾ। ਤੇ ਹਾਂਜੀ, ਇਸ ਤੋਂ ਬਾਅਦ 1793 ਇਹ ਐਕਟ ਚੱਲਦਾ ਰਿਹਾ ਜਿਹੜਾ, ਤੇ ਉਹ ਹਾਂਜੀ 25 ਸਾਲ ਜਿਹੜਾ ਸੀ ਨਾ, 40 ਘੰਟੇ ਕੰਮ ਕਰਨਾ, ਉਹ 25 ਸਾਲ ਲਈ ਕਰਨਾ ਬੰਦੇ ਨੂੰ, ਉਮਰ ਕੈਦ ਵਾਲਾ ਕੰਮ ਨਹੀਂ ਆ। 25 ਸਾਲ ਅਪ੍ਰੈਂਟਿਸਸ਼ਿਪ ਜਿਹੜੀ ਹੈ 25 ਸਾਲ ਤੱਕ ਕਰਨੀ ਆ। ਸਿਰਫ ਇਹ ਹੈਗਾ ਕਿ 40 ਘੰਟੇ ਉਹਦੇ ਕੋਲ ਬੌਂਡਡ ਆ, ਬਾਕੀ ਟਾਈਮ ਫ੍ਰੀ ਆ 25 ਸਾਲ ਤੱਕ। ਉਸ ਤੋਂ ਬਾਅਦ ਉਹ ਟੋਟਲ ਫ੍ਰੀ ਦਾ ਉਹਨੂੰ ਫੇਰ ਮਿਲਣਾ ਸੀਗਾ। ਤੇ ਇਹ 40-45 ਸਾਲ ਇਹ ਚੱਲਦੀ ਰਹੀ ਸਿਸਟਮ ਇਹ। ਤੇ ਸਲੇਵਰੀ ਅਬੋਲਿਸ਼ਨ ਐਕਟ ਜਿਹੜਾ ਸੀ ਕੈਨੇਡਾ ਦੇ ਵਿੱਚ 1834 ਚ ਬਣਦਾ ਸੀ। ਉਸ ਤੋਂ ਬਾਅਦ ਕੈਨੇਡਾ ਦੀ ਗੱਲ ਆਪਾਂ ਕਰ ਰਹੇ ਸੀਗੇ, ਤੇ ਇਹਨੂੰ ਸਲੇਵਰੀ ਅਬੋਲਿਸ਼ਨ ਐਕਟ 1834 ਚ ਬਣਦਾ। ਤੇ ਇਹ ਸੀਗਾ, ਤੇ ਇਹ ਮਤਲਬ ਜਿੰਨੇ ਕੁ ਉਸ ਸਮੇਂ 25 ਸਾਲ ਪੂਰੇ ਕਰਕੇ ਥੋੜੇ ਬਹੁਤੇ ਸਲੇਵ ਬਚੇ ਹੋਣਗੇ, ਰਹਿ ਗਏ ਹੋਣਗੇ, ਉਹ ਸਾਰਿਆਂ ਨੂੰ ਫ੍ਰੀ ਕਰਨ ਦਾ ਇਹ ਕਨਸੈਪਟ ਸੀਗਾ। ਜਾਨੀ ਕਿ ਜਿਨ੍ਹਾਂ ਦੇ 25 ਸਾਲ ਨਹੀਂ ਵੀ ਪੂਰੇ ਹੋਏ, ਉਹ ਜਦੋਂ 1834 ਚ ਐਕਟ ਬਣਿਆ ਉਹਨਾਂ ਨੂੰ ਫ੍ਰੀ ਕਰ ਦਿੱਤਾ ਗਿਆ। ਹਾਂਜੀ, ਉਦੋਂ ਫ੍ਰੀ ਹੁੰਦੇ ਨੇ। ਡਾਕਟਰ ਸਾਹਿਬ ਕੁਝ ਇਦਾਂ ਦਾ ਡਾਟਾ ਹੈਗਾ ਕਿ ਸਭ ਤੋਂ ਪਹਿਲਾਂ ਇਨੀਸ਼ੀਏਟ ਕਿਹੜੇ ਮੁਲਕ ਚ ਹੋਇਆ ਕਿ ਸਲੇਵਰੀ ਸਿਸਟਮ ਖਤਮ ਕੀਤਾ ਜਾਵੇ? ਸਭ ਤੋਂ ਪਹਿਲਾਂ ਯੂਰਪ ਵੱਲੋਂ ਸ਼ੁਰੂ ਹੋਇਆ ਜਾਂ ਨਾਰਥ ਅਮਰੀਕਾ ਸ਼ੁਰੂ ਹੋਇਆ? ਕਿੱਥੇ ਹੋਇਆ ਸਭ ਤੋਂ ਪਹਿਲਾਂ? ਦੇਖੋ, ਇਹ ਇਕਸਾਰ ਤਾਂ ਹੈ ਨਹੀਂ ਸਾਰਾ ਕੁਝ, ਕਿਉਂਕਿ ਜਿਹੜੇ ਸਲੇਵ ਸੀਗੇ ਇਹਨਾਂ ਦੀਆਂ ਵੱਖ-ਵੱਖ ਬਗਾਵਤਾਂ ਹੁੰਦੀਆਂ ਰਹੀਆਂ। ਸਲੇਵ ਦੀਆਂ ਬਗਾਵਤਾਂ ਹੁੰਦੀਆਂ ਰਹਿੰਦੀਆਂ ਸੀਗੀਆਂ, ਤੇ ਉਹਦੇ ਚ ਜਿਹੜੇ ਸੀ ਵੱਖਰੇ ਰਾਜੇ ਸੀ, ਜਿਹੜੇ ਰਿਆਸਤਾਂ ਆਪਾਂ ਕਹਿ ਸਕਦੇ ਕਿੰਗਡਮ ਸੀਗੀਆਂ, ਉਹ ਕੁਛ ਨਾ ਕੁਛ ਹੱਕ ਉਹਨਾਂ ਨੂੰ ਲੈਂਦੇ ਰਹੇ ਨੇ ਉਹਨਾਂ ਨੂੰ। ਤੇ ਇਹ ਬ੍ਰਿਟਿਸ਼ ਜਿਹੜਾ ਹੈਗਾ, ਬ੍ਰਿਟਿਸ਼ ਸਾਮਰਾਜ, ਸਪੇਨ, ਬ੍ਰਿਟਿਸ਼, ਫ੍ਰੈਂਚ, ਇਹ ਵੱਡੇ ਸਾਮਰਾਜ ਸੀਗੇ। ਤੇ ਇਹਨਾਂ ਚ ਡੈਂਟ ਜਿਹੜਾ ਸੀ ਉਹ ਔਖਾ ਪੈਂਦਾ ਸੀਗਾ, ਸਮਝ ਲਓ। ਤੇ ਇਹਦੇ ਸਭ ਤੋਂ ਵੱਡੀ ਜਿਹੜੀ ਹਿਸਟੋਰੀਕਲ ਜਿਹੜਾ ਸੀ ਉਹ ਯੂਐਸਏ ਦਾ ਬਣਨਾ ਹਿਸਟੋਰੀਕਲ ਸੀ। ਲਿਬਰਟੀ ਤੇ ਯੂਐਸਏ ਰੈਵੋਲੂਸ਼ਨ ਜਿਹੜਾ ਸੀਗਾ, ਉਹਦੇ ਚ ਵੱਡੀ ਪੱਧਰ ਤੇ ਸਲੇਵ ਓਨਰ ਸੀ ਜਿਹੜੇ, ਉਹਨਾਂ ਨੂੰ ਭਜਾਇਆ ਉੱਥੋਂ ਉਹਨਾਂ ਨੇ। ਉਹ ਇੱਕ ਕ੍ਰਿਟੀਕਲ ਕਾਰਨ ਹੋਰ ਹੋਣਗੇ। ਤੇ ਮਤਲਬ ਉਹ ਜਿਹੜੇ ਸਲੇਵ ਸੀਗੇ, ਸਲੇਵ ਓਨਰਾਂ ਨੂੰ ਉੱਥੇ ਸਭ ਤੋਂ ਜ਼ਿਆਦਾ ਪਿਆ ਹੈਗਾ। ਤੇ ਬਾਕੀ ਥਾਵਾਂ ਤੇ ਤਾਂ ਲੋਕਲ ਲੈਵਲ ਤੇ ਜਿਹੜੀਆਂ ਐਕਟਿਵਿਸਟ ਸੀਗੇ ਉਹ ਲੋਕ ਆਵਾਜ਼ ਉਠਾਉਂਦੇ ਸੀ। ਲੋਕ ਜਿਹੜੇ ਮੂਵਮੈਂਟ ਚੱਲੀਆਂ, ਉਹਦੇ ਕਰਕੇ ਜਿਹੜਾ ਸੀ ਹੌਲੀ ਹੌਲੀ ਇਹ ਲੋਕਾਂ ਨੂੰ ਆਜ਼ਾਦੀ ਦੇਣੀ ਪਈ ਇਹਨਾਂ ਨੂੰ। ਇਸੇ ਤਰ੍ਹਾਂ ਆਪਣੇ ਹੁਣ ਜੇ ਗੱਲ ਕਰੀਏ ਤੇ ਅਲੱਗ-ਅਲੱਗ ਆਪਣੇ ਹੁਣ ਕੈਨੇਡਾ ਦੇ ਵਿੱਚ ਜਿਹੜੇ ਸੀਗੇ, ਉਹ ਸਲੇਵਸ ਦੇ ਹੱਕ ਵਿੱਚ ਬੋਲਣ ਵਾਲੇ ਜਿਹੜੇ ਸੀ, ਕੁਝ ਪਰਸਨੈਲਿਟੀਜ਼ ਜਿਹੜੀਆਂ ਤੇ ਉਹ ਹੁੰਦੀਆਂ ਹੈਗੀਆਂ ਨੇ। ਤੇ ਈਵਨ ਫਿਰ ਉਸੇ ਤਹਿਤ ਲੋਕ ਉਹਨਾਂ ਨੂੰ ਮੰਨਣ ਲੱਗ ਜਾਂਦੇ ਨੇ। ਤੇ ਉਸੇ ਤਹਿਤ ਮਤਲਬ ਉਹ ਫਿਰ ਦਿਨ ਮਨਾਉਣ ਵਾਲੀ ਗੱਲ ਵੀ, ਐਮੈਂਸੀਪੇਸ਼ਨ ਡੇ ਵਾਲੀ ਗੱਲ ਵੀ, ਉਹ ਵੀ ਜਿਹੜਾ ਸੀ ਉਹ ਵੀ ਉਸੇ ਲਿਬਰਟੀ ਤੋਂ ਉਸੇ ਉਹਨਾਂ ਦੇ ਹਮਦਰਦੀ ਦੇ ਰੂਪ ਚ ਪੈਦਾ ਹੁੰਦੀ ਹੈ। ਜਿਵੇਂ ਆਪਣੀ ਗੱਲ ਲਾ ਲਓ ਕਿ ਜਿਹੜਾ ਯਾਰਕ ਸਿਟੀ ਆਪਣਾ ਹੁਣ ਵਾਲਾ ਟੋਰਾਂਟੋ ਜਿਹਨੂੰ ਸ਼ਾਇਦ ਕਹਿੰਦੇ ਆਪਾਂ ਯਾਰਕ ਸਿਟੀ ਆਫ ਯਾਰਕ ਆ ਜਿਹੜੀ, ਉਹ ਗਵਰਨਰ ਜੌਨ ਗ੍ਰੇਵਸ ਸਿਮਕੋ, ਉਹਨਾਂ ਨੇ ਇਹ ਜਿਹੜਾ ਸੀਗਾ ਇਹ ਕੀਤਾ ਸੀਗਾ, ਉਹਨਾਂ ਨੇ ਦਿਖਾਇਆ ਸੀਗਾ। ਤੇ ਉਹਨਾਂ ਨੇ ਲੋਕਾਂ ਨੂੰ ਆਜ਼ਾਦੀ ਦੇਣ ਦੇ ਲਈ ਤੇ ਵੀ ਜਿਹੜਾ ਸਲੇਵਰੀ ਨੂੰ ਆਜ਼ਾਦੀ ਦੇਣ ਦੇ ਦਿਨ ਮਨਾਉਣ ਦੇ ਲਈ ਉਹਨਾਂ ਨੇ ਅਪਰ ਕੈਨੇਡਾ ਦੇ ਵਿੱਚ ਹਰ ਸਾਲ 2019 ਤੋਂ ਜਿਹੜਾ ਸੀ ਉਹ ਐਮੈਂਸੀਪੇਸ਼ਨ ਡੇ ਅੰਡਰਗਰਾਉਂਡ ਫਰੀडम ਟ੍ਰੇਨ ਦਾ ਇਵੈਂਟ ਰੱਖਿਆ ਜਾਂਦਾ। ਉਹਦਾ ਨਾਮ ਐਮੈਂਸੀਪੇਸ਼ਨ ਡੇ ਅੰਡਰਗਰਾਉਂਡ ਫਰੀडम ਟ੍ਰੇਨ ਇਵੈਂਟ ਆ ਉਹਨਾਂ ਰੱਖਿਆ ਅਗਸਤ 1 ਵਾਲੇ ਦਿਨ ਜਿਹੜਾ ਸੀ ਮਿਲਦਾ। ਤੇ ਇੱਕ ਸਿੰਬੋਲਿਕ ਸੀਗਾ ਕਿ ਸਬਵੇ ਰਾਈਡ ਜਿਹੜੀ ਹੈਗੀ ਆ ਵੀ ਉਹ ਅੰਡਰਗਰਾਉਂਡ ਰੇਲ ਰੋਡ ਦੀ ਸਬਵੇ ਜਿਹੜੀ ਹੈਗੀ ਆ ਉਹ ਉਸ ਸਮੇਂ ਫ੍ਰੀ ਦਿੱਤੀ ਜਾਊਗੀ। ਤੇ ਜਿਹੜੇ ਯੂਐਸ ਸਲੇਵਸ ਨੇ ਜਿਹੜੇ, ਉਹਨਾਂ ਨੂੰ ਮਤਲਬ ਉਸ ਸਬਵੇ ਦੇ ਵਿੱਚ ਜਿਹੜਾ ਸੀਗੀ ਉਹ ਮੁਫਤ ਯਾਤਰਾ ਜਿਹੜੀ ਕਹਿਣ ਦਾ ਮਤਲਬ ਇਵੈਂਟ ਉਸ ਦੇ ਮਨਾਉਣ ਦੇ ਰੂਪ ਚ ਉਹਨਾਂ ਨੇ ਕੀਤਾ ਸੀਗਾ। ਤੇ ਇਸੇ ਤਰ੍ਹਾਂ ਜੇ ਆਪਾਂ ਅੱਗੇ ਗੱਲ ਕਰ ਲਈਏ, ਮੇਰਾ ਖਿਆਲ ਹੈ ਕਿ ਸਬਵੇ ਦੇ ਉੱਤੇ ਚੜ੍ਹਨ ਦਾ ਅਧਿਕਾਰ ਉਹਨਾਂ ਨੂੰ ਸ਼ਾਇਦ ਮਿਲ ਗਿਆ ਹੋਊਗਾ, ਕਿਉਂਕਿ ਇਹ ਵੀ ਇੱਕ ਵੱਡੀ ਗੱਲ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਿੱਕੀਆਂ ਰਿਆਇਤਾਂ ਛੋਟਾਂ ਦਿੰਦੇ ਸੀਗੇ, ਤੇ ਉਹਦੇ ਵਿੱਚ ਟ੍ਰੇਨ ਦੇ ਵਿੱਚ ਆਮ ਸਫ਼ਰ ਕਰਨ ਦਾ ਅਧਿਕਾਰ ਵੀ ਨਹੀਂ ਹੋਣਾ ਉਹਨਾਂ ਨੂੰ, ਉਹ ਮਿਲਿਆ ਹੋਏਗਾ ਹਨਾ, ਜਿਹਦਾ ਕਰਕੇ ਉਹਨੂੰ ਯਾਦ ਕੀਤਾ ਜਾਂਦਾ। ਹਾਂਜੀ, ਉਹ ਫਿਰ ਉਹ ਜਿਹੜੇ ਮਤਲਬ ਕਹਿਣ ਦਾ ਮਤਲਬ ਜਿਹੜੇ ਇਹ ਕਾਲੋਨਲ ਸੀਗੇ, ਇਹ ਸਿਮਕੋ ਗਵਰਨਰ ਸੀਗੇ ਸਿਮਕੋ, ਇਹਨਾਂ ਨੇ ਹਮਦਰਦੀ ਦੇ ਰੂਪ ਚ ਇਦਾਂ ਹਮਦਰਦ ਜਿਹੜੇ ਸੀਗੇ ਉਹ ਆਪਾਂ ਸਲੇਵਸ ਦੇ ਹਮਦਰਦ ਜਿਹੜੇ ਸੀ ਇੱਥੋਂ ਸੋਸਾਇਟੀ ਸੀਗੀਆਂ। ਈਵਨ ਮੈਂ ਕਿਤੇ ਦੇਖ ਰਿਹਾ ਸੀਗਾ
ਕਿ ਜਿਹੜੇ ਈਵਨ ਤੁਸੀਂ ਦੇਖੋ ਵੀ ਜਿਹੜੇ ਹਮਦਰਦ ਵੀ ਸੀਗੇ ਨੌਨ ਫਿਗਰਸ, ਉਹ ਖੁਦ ਵੀ ਉਹਨਾਂ ਦੇ ਸਲੇਵ ਹੁੰਦੇ ਸੀ। ਜਿਹੜੇ ਸਿਸਟਮ ਸੀ ਨਾ, ਉਹ ਖੁਦ ਵੀ ਸਲੇਵ ਉਹਨਾਂ ਦੇ ਆਪਣੇ ਹੀ ਰੱਖੇ ਹੁੰਦੇ ਸੀਗੇ, ਪਰ ਉਹ ਹਮਦਰਦ ਵੀ ਸੀਗੇ। ਹੁਣ ਜੇਮਸ ਮੈਕਗਿਲ ਜਿਹੜੇ ਨੇ, ਮੈਕਗਿਲ ਯੂਨੀਵਰਸਿਟੀ ਜਿਹੜੀ ਹੈਗੀ ਆ, ਉਹਦੇ ਫਾਊਂਡਰ ਨੇ। ਹਾਂਜੀ, ਉਹਦਾ ਰਿਕਾਰਡ, ਉਹਦਾ ਰਿਕਾਰਡ ਮਿਲਦਾ। ਉਹਨਾਂ ਨਾਂ ਤੇ ਯੂਨੀਵਰਸਿਟੀ ਵੀ ਰੱਖੀ ਹੋਈ ਹੈ ਜੇਮਸ ਮੈਕਗਿਲ ਦੇ, ਤੇ ਉਹਨਾਂ ਦੇ ਕੋਲ ਖੁਦ 3 ਬਲੈਕ ਸਲੇਵ ਸੀਗੇ ਤੇ 2 ਜਿਹੜੇ ਸੀ ਇੰਡੀਜੀਨਸ ਬੱਚੇ ਵੀ ਉਹਨਾਂ ਦੇ ਸਲੇਵ ਰੱਖੇ ਹੋਏ ਸੀ ਉਹਨਾਂ ਨੇ। ਉਹ ਅੱਛਾ, ਹਾਂਜੀ, ਇਹ ਮੂਵਮੈਂਟ ਕਾਫੀ ਚੱਲੀ ਯੂਰਪ 'ਚ, ਜਦੋਂ ਬਲੈਕ ਲਾਈਫ ਮੈਟਰ ਵਾਲੀ ਮੂਵਮੈਂਟ ਚੱਲੀ ਸੀ ਤੇ ਬਹੁਤ ਸਾਰੇ ਸਟੈਚੂ ਵਗੈਰਾ ਜਿਹੜੇ ਇਹਨਾਂ ਲੋਕਾਂ ਦੇ ਬਣੇ ਸੀ ਉਹ ਤੋੜਨ ਦੀ ਮੁਹਿੰਮ ਚੱਲੀ ਸੀਗੀ। ਪਰ ਥੋੜੀ ਦੇਰ ਲਈ ਉਬਾਲ ਆਉਂਦਾ, ਫਿਰ ਰੁਕ ਜਾਂਦਾ ਹੈ। ਔਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡੇ ਵੱਡੇ ਲੋਕਾਂ ਦੇ ਨਾਵਾਂ ਤੇ ਜਿਹੜੀਆਂ ਸੜਕਾਂ ਜਾਂ ਇੱਥੇ ਨਜ਼ਰ ਆਉਂਦੀਆਂ, ਇਹ ਸਾਰੇ ਲੋਕ ਉਸੇ ਹੀ ਮਤਲਬ ਇੱਕ ਰਵਾਇਤ ਦਾ ਹਿੱਸਾ ਰਹੇ ਨੇ ਕਿ ਇਹ ਖੁਦ ਵੀ ਜਿਹੜੇ ਆ ਇਹ ਸਲੇਵ ਓਨਰ ਰਹੇ ਨੇ। ਹਾਂਜੀ ਹਾਂਜੀ, ਸਿਸਟਮ ਦਾ ਪਾਰਟ ਐਂਡ ਪਾਰਸਲ ਸੀਗੇ। ਇਸੇ ਤਰ੍ਹਾਂ ਤੁਸੀਂ ਦੇਖੋ, ਇੱਕ ਫਸਟ ਕੈਨੇਡੀਅਨ ਕੈਥੋਲਿਕ ਸੇਂਟ ਨੇ, ਜਿਹਨਾਂ ਦਾ ਨਾਮ ਹੈਗਾ, ਫ੍ਰੈਂਚ ਨੇਮ ਹੈ ਮਾਰਗਰੇਟ ਡੀ ਯੋਵੇਲੇ। ਉਹ ਕੈਨੇਡੀਅਨ ਸੇਂਟ ਆ, ਤੇ ਉਹਦੇ ਜਿਹੜੇ ਡੋਮੈਸਟਿਕ ਸਰਵੈਂਟ ਉਹ ਸਲੇਵ ਸੀਗੇ। ਉਹਦਾ ਸੇਂਟ ਵੀ ਹੈਗਾ, ਸਲੇਵ ਵੀ ਹੈਗੇ ਨੇ। ਤੇ ਇਦਾਂ ਹੀ ਜਿਹੜਾ ਈਵਨ ਜਾਨੀ ਕਿ ਚਰਚ ਵੀ ਇਹਦੀ ਪਰਮਿਸ਼ਨ ਦਿੰਦਾ ਸੀਗਾ। ਹਾਂ, ਸਭ ਲੀਗਲ ਸਾਰਾ ਕੁਝ ਸੀਗਾ। ਅੱਛਾ, ਮਤਲਬ ਉਹਨਾਂ ਸਮੇਂ 'ਚ ਇਹ ਚੀਜ਼ ਅਜੀਬ ਨਹੀਂ ਲੱਗਦੀ ਹੋਏਗੀ ਜਿੰਨੀ ਸਾਨੂੰ ਅੱਜ ਲੱਗ ਰਹੀ ਹੈ, ਕਿਉਂਕਿ ਉਸ ਸਮੇਂ ਜਦੋਂ ਆਲੇ ਦੁਆਲੇ ਦਾ ਵਾਤਾਵਰਨ ਉਹੀ ਹੋਵੇ ਤੇ ਮਨੁੱਖ ਇਹ ਸਮਝਦਾ ਕਿ ਨਹੀਂ, ਇਹ ਸਾਡੀ ਹੋਣੀ ਆ, ਇਦਾਂ ਹੀ ਚੱਲ ਰਿਹਾ ਹੁੰਦਾ ਹੋਣਾ। ਜੀ ਤੁਸੀਂ ਦੇਖੋ, ਤੁਸੀਂ ਕਿੰਨਾ ਹੋਊਗਾ ਵੀ ਜੇ ਮੰਨ ਲਓ ਤੁਹਾਡੇ ਕੋਲ ਕੋਈ ਰਹਿਮ ਦੀ ਅਪੀਲ ਲਈ ਕੋਈ ਸਲੇਵ ਭੱਜ ਕੇ ਆ ਜਾਵੇ, ਤੁਸੀਂ ਸਲੇਵ ਨੂੰ ਕਹੋਗੇ ਨਹੀਂ ਵੀ ਕਾਕਾ ਸਹੀ ਗੱਲ ਨਹੀਂ, ਵੀ ਤੂੰ ਜਾ ਵਾਪਸ। ਸਿਸਟਮ ਦੀ ਗੱਲ ਕਰਦੇ ਆ, ਉਸ ਸਮੇਂ ਜਿਹੜੇ ਹਮਦਰਦ ਹੋਣਗੇ ਇਹੀ ਕਹਿੰਦੇ ਹੋਣਗੇ ਵੀ ਨਾ ਤੂੰ ਭੱਜ ਕੇ, ਨਾ ਮੈਨੂੰ ਵਕਤ ਪਾਏਗਾ, ਵੀ ਤੈਨੂੰ ਚਾਹੀਦਾ ਨਹੀਂ ਵੀ ਤੂੰ ਮਾਲਕ ਦੀ ਤੂੰ ਉਹ ਕਰਨਾ। ਹਾਂਜੀ, ਉਹ ਮਾਈਂਡ ਸੈਟ ਮਤਲਬ ਉਸ ਤਰ੍ਹਾਂ ਦਾ ਬਣਿਆ ਸੀ। ਇਹ ਸਾਡਾ ਇੱਕ ਡਾਕਟਰ ਸਾਹਿਬ, ਮੇਰੇ ਕੋਲ ਇੱਕ ਹੋਰ ਦਿਮਾਗ 'ਚ ਸਵਾਲ ਆ ਰਿਹਾ। ਆਟੋਮਨ ਅੰਪਾਇਰ ਪੈਰਲਲ ਬ੍ਰਿਟਿਸ਼ ਸਾਮਰਾਜ ਦੇ ਚੱਲਦੇ ਰਹੇ, ਸੈਕੰਡ ਵਰਲਡ ਵਾਰ ਤੱਕ ਚੱਲਦੇ ਰਹੇ ਆ। ਉਹ ਕਿਉਂਕਿ ਇਸਲਾਮਿਕ ਸਟੇਟ ਦਾ ਨਾਰਾ ਦਿੰਦੇ ਸੀ, ਬਰਾਬਰੀ ਦਾ ਨਾਰਾ ਦਿੰਦੇ ਸੀ, ਉੱਥੇ ਵੀ ਇਹ ਸਲੇਵਰੀ ਸਿਸਟਮ ਸੀਗਾ। ਹਾਂਜੀ, ਦੇਖੋ ਵਰਲਡ ਲੈਵਲ ਤੇ ਸਲੇਵਰੀ ਸਿਸਟਮ ਤਾਂ ਹੈਗਾ ਹੀ ਸੀਗਾ। ਉਸ ਵੇਲੇ ਈਵਨ ਇਹ ਕਹਿ ਦਿੰਦਾ ਸੀ ਕਿ ਜੇ ਸਲੇਵਰੀ ਹੋਣਗੇ ਤਾਂ ਡਿਵੈਲਪਮੈਂਟ ਕਿੱਦਾਂ ਹੋਊਗੀ। ਮਤਲਬ ਮੋਟੀ ਸਮਝ ਲੋਕਾਂ ਦੀ ਇੱਥੇ ਖੜੀ ਸੀਗੀ ਕਿ ਜੇ ਸਲੇਵ ਨਹੀਂ ਹੋਣਗੇ, ਕੰਮ ਨਹੀਂ, ਫਿਜ਼ੀਕਲ ਕੰਮ ਨਹੀਂ ਹੋਊਗਾ, ਤਾਂ ਡਿਵੈਲਪਮੈਂਟ ਕਿੱਦਾਂ ਹੋਊਗੀ, ਘਰ ਕਿਵੇਂ ਬਣਨਗੇ, ਮੀਨਾਰ ਕਿੱਦਾਂ ਬਣਨਗੇ। ਵੈਸੇ ਡਾਕਟਰ ਸਾਹਿਬ, ਮੋਟੇ ਤੌਰ ਤੇ ਇਹ ਮੰਨਿਆ ਜਾਂਦਾ ਨਾ, ਜਿੱਦਾਂ ਅਸੀਂ ਬਾਅਦ ਚ ਜੇ ਰਿਲੀਜਨ ਦੀ ਗੱਲ ਕਰਦੇ, ਮੇਰਾ ਸਵਾਲ ਇਹ ਸੀਗਾ ਜਿਵੇਂ ਤੁਹਾਨੂੰ ਕਿ ਜਿਹੜੀ ਕ੍ਰਿਸਚੈਨਿਟੀ ਸੀਗੀ ਜਾਂ ਚਰਚ ਸੀ ਉਹ ਵੀ ਇਹਨੂੰ ਮਾਨਤਾ ਦਿੰਦਾ ਸੀ ਕਿ ਨਹੀਂ। ਨਾਲ ਹੀ ਮੇਰੇ ਦਿਮਾਗ 'ਚ ਸਵਾਲ ਆਇਆ ਕਿ ਜਿਹੜੀ ਆਟੋਮਨ ਅੰਪਾਇਰ ਆ ਉਹ ਕਿਉਂਕਿ ਇਸਲਾਮਿਕ ਸਟੇਟ ਬਣਾਉਂਦੇ ਸੀ, ਤੇ ਇਸਲਾਮ ਜਿਹੜੀ ਆ ਉਹ ਇਹ ਗੱਲ ਕਹਿੰਦਾ ਹੈ ਕਿ ਮਨੁੱਖ ਬਰਾਬਰ ਨੇ। ਜਿੱਦਾਂ ਅੱਜ ਅਸੀਂ ਕਹਿੰਦੇ ਆ ਕਿ ਸਿੱਖ ਧਰਮ ਇਸ ਚੀਜ਼ ਨੂੰ ਮਾਨਤਾ ਦਿੰਦਾ ਹੈ ਕਿ ਮਨੁੱਖਤਾ ਦਾ ਜਿਹੜੀ ਕਦਰ ਕਰਨੀ ਆ, ਉਹ ਸਾਰੇ ਲੋਕ ਇੱਕ ਬਰਾਬਰ ਨੇ, ਇੱਕ ਸਮਾਨ ਨੇ। ਤੇ ਫਿਰ ਆਟੋਮਨ ਅੰਪਾਇਰ ਦੇ ਵਿੱਚ ਵੀ ਸਲੇਵਰੀ ਸਿਸਟਮ ਚੱਲਦਾ ਰਿਹਾ, ਤੇ ਇਹਦਾ ਮਤਲਬ ਇਹ ਹੋਇਆ ਵੀ ਧਰਮ ਕਿਤੇ ਮਤਲਬ ਪਿੱਛੇ ਖੜ ਕੇ ਜਿਹੜੀ ਹੈਗੀ ਆ ਸਟੇਟ ਪਾਵਰ ਉਹਦੇ ਪਿੱਛੇ ਲੁਕ ਜਾਂਦਾ ਰਿਹਾ। ਦੇਖੋ ਬਹੁਤ ਵੱਡਾ ਸਵਾਲ ਆ। ਜੇ ਆਪਾਂ ਧਿਆਨ ਨਾਲ ਦੇਖੋ ਪੂਰੀ ਹਿਸਟਰੀ, ਧਰਮ ਦੀ ਹਿਸਟਰੀ ਜੇ ਆਪਾਂ ਲਾਈਏ, ਧਰਮ ਜਿਹੜਾ ਹੈਗਾ ਉਹ ਕਦੀ ਵੀ ਸਟੇਟ ਨਾਲ ਵੱਡ ਨਹੀਂ ਹੁੰਦਾ। ਰਾਜਾ ਜਿਹੜਾ ਹੈਗਾ ਨਾ, ਰਾਜਾ ਆਪਣੇ ਆਪ ਰਿਲੀਜਨ ਖੜਾ ਕਰੂਗਾ, ਤੇ ਰਿਲੀਜਨ ਜਿਹੜਾ ਹੈਗਾ ਉਹ ਰਾਜੇ ਨੂੰ ਮਾਨਤਾ ਦਊਗਾ ਕਿ ਧਰਤੀ ਪੁੱਤਰ ਹੈ ਜੀ, ਇਹ ਰੱਬ ਦਾ ਭੇਜਿਆ ਬੰਦਾ, ਰਾਜੇ ਨੂੰ ਰੱਬ ਦਾ ਭੇਜਿਆ ਹੈ ਬੰਦਾ ਬਣਾਇਆ ਜਾਂਦਾ। ਇਸੇ ਕਰਕੇ ਜਿਹੜੀ ਦੋਨੇ ਚੀਜ਼ਾਂ ਨਾਲ ਚੱਲਦੀਆਂ ਨੇ, ਦੋਨੇ ਗੱਲਾਂ ਵੱਖ-ਵੱਖ ਨਹੀਂ ਹੈਗੀਆਂ। ਇੱਕ ਜਿਹੜਾ ਰਾਜਾ ਆਪਣੀ ਜਿਹੜੀ ਮਸਲ ਪਾਵਰ ਹੈਗੀ ਆ, ਜਿਹੜੀ ਹਥਿਆਰਾਂ ਦੀ ਪਾਵਰ ਆ, ਉਹਨੂੰ ਦਿਮਾਗੀ ਤੌਰ ਤੇ ਮਾਨਤਾ ਦੇਣ ਦੇ ਲਈ ਧਰਮ ਦੀ ਜ਼ਰੂਰਤ ਪੈਂਦੀ ਹੈ, ਚਾਹੇ ਕੋਈ ਵੀ ਧਰਮ ਹੋਵੇ। ਉਹਦਾ ਧਾਰਮਿਕ ਸਟੈਂਪ ਆ ਜਿਹੜੀ ਰਾਜਾ ਆਪਣੇ ਤੇ ਲਵਾਉਂਦਾ। ਕਹਿੰਦਾ ਜਿਹੜੀ ਕਿਸੇ ਬੰਦੇ ਨੂੰ ਗੁਲਾਮ ਜਿਹੜਾ ਹੈਗਾ 2 ਤਰੀਕਿਆਂ ਨਾਲ ਕੀਤਾ ਜਾਂਦਾ, ਇੱਕ ਹਥਿਆਰਾਂ ਨਾਲ, ਕਿਸੇ ਕੌਮਾਂ ਨੂੰ ਦਬਾਉਣਾ ਜਾਂ ਲੋਕਾਂ ਨੂੰ ਦਬਾਉਣਾ ਹਥਿਆਰਾਂ ਨਾਲ, ਜਾਂ ਦਿਮਾਗੀ ਤੌਰ ਤੇ ਉਹਨਾਂ ਨੂੰ, ਜਿਹਨੂੰ ਅਸੀਂ ਮਾਨਸਿਕ ਗੁਲਾਮੀ ਕਹਿ ਸਕਦੇ ਹਾਂ। ਮਾਨਸਿਕ ਗੁਲਾਮੀ ਜਿਹੜੀ ਆ, ਮਾਨਸਿਕ ਗੁਲਾਮੀ ਬੜੀ ਸੌਖੀ ਹੁੰਦੀ ਆ, ਇਸ ਕਰਕੇ ਇਹਨੂੰ ਵੱਡੀ ਪੱਧਰ ਤੇ ਸ਼ਾਂਤੀ ਦੇ ਨਾਂ ਤੇ ਰੱਖਿਆ ਜਾਂਦਾ ਹੈਗਾ। ਤੇ ਉਹ ਮਾਨਸਿਕਤਾ ਬਣਾਉਣ ਦੇ ਲਈ ਧਰਮ ਦਾ ਬਹੁਤ ਵੱਡਾ ਯੋਗਦਾਨ ਹੈਗਾ। ਜਿਹੜੀ ਸਿੱਧੀ ਪਾਵਰ ਆ ਹਥਿਆਰਾਂ ਦੀ, ਉਹ ਤਾਂ ਰਾਜੇ ਕੋਲ ਹੁੰਦੀ ਹੈ।
ਜੀ ਦੋਨੇ ਚੀਜ਼ਾਂ ਫਰਕ ਮਿਲਦੀਆਂ। ਡਾਕਟਰ ਸਾਹਿਬ, ਸੋ ਅਖੀਰ ਚ ਆਪਾਂ ਕੰਕਲੂਡ ਕਰੀਏ, ਸਮਾਂ ਆਪਣਾ ਕਾਫੀ ਹੋ ਗਿਆ, ਕਿ ਜਿਹੜਾ ਹੁਣ ਕੈਨੇਡਾ ਦੇ ਵਿੱਚ ਡੇ ਮਨਾਉਣ ਅਸੀਂ ਸ਼ੁਰੂ ਕਰਨਾ ਆ, ਕਰਤੇ ਅਸੀਂ ਦੇਰ ਤੋਂ ਰਹੇ ਇੱਥੇ, ਇਹਦੀ ਬਹੁਤਾ ਜ਼ਿਆਦਾ ਲੋਕਾਂ ਨੂੰ ਸਮਝ ਨਹੀਂ ਸੀ। ਘੱਟੋ ਘੱਟ ਮੈਨੂੰ ਨਹੀਂ ਲੱਗਦਾ ਕਿ ਸਾਡੇ ਇਮੀਗ੍ਰੈਂਟ ਲੋਕ ਜਿਹੜੇ ਆ ਇਸ ਚੀਜ਼ ਨੂੰ ਬਹੁਤੀ ਗੰਭੀਰਤਾ ਨਾਲ ਪਹਿਲਾਂ ਕਦੀ ਲੈਂਦੇ ਹੋਣ, ਪਰ ਜਦੋਂ ਹੁਣ ਸਟੇਟ ਪੱਧਰ ਤੇ ਮਤਲਬ ਫੈਡਰਲ ਗਵਰਨਮੈਂਟ ਨੇ ਇੱਕ ਬਿੱਲ ਲੈਣ ਦਾ ਤੇ ਹਰ ਸਾਲ ਹੁਣ ਹੋਇਆ ਕਰੇਗਾ, ਤੇ ਇਹਦੇ ਵਿੱਚ ਕੀ ਜਿੱਦਾਂ ਆਪਾਂ ਹੋਰ ਦਿਨ ਮਨਾ ਲੈਂਦੇ ਆ, ਵਿਕਟੋਰੀਆ ਡੇ, ਛੁੱਟੀ ਦਾ ਦਿਨ, ਇੱਧਰ ਫਿਰਨ ਤੁਰਨ ਵਾਲਾ, ਕਿ ਇਹਦੇ ਤੇ ਕੋਈ ਗੰਭੀਰ ਚਰਚਾ ਵੀ ਹੋਇਆ ਕਰੇਗੀ, ਜਾਂ ਜਿਹੜੀ ਇਹ ਸਾਡੀ ਇੱਕ ਬਲੈਕ ਸਪੌਟ ਹੈ ਸੋਸਾਇਟੀ ਦਾ, ਉਹਦੇ ਉੱਤੇ ਕੋਈ ਚਿੰਤਨ ਮੰਥਨ ਜਾਂ ਉਹਦੇ ਤੇ ਕੋਈ ਰਿਗਰੈਟ ਜਿਹੜਾ ਉਹ ਫੀਲ ਕੀਤਾ ਜਾਏਗਾ, ਜਾਂ ਸਿਰਫ ਉਹਨੂੰ ਛੁੱਟੀ ਦੇ ਕੇ ਕੈਂਪਿੰਗ ਕੁੰਪਿੰਗ ਕਰਨ ਵਾਲਾ ਦਿਨ ਹੀ ਮਿਲ ਜਾਏਗਾ, ਇੱਕ ਲੌਂਗ ਵੀਕਐਂਡ ਸ਼ਾਇਦ ਬਣ ਜੇ ਕਦੀ ਜਾ ਕੇ ਫੇਰ? ਹਾਂਜੀ ਬਿਲਕੁਲ, ਕਿਉਂਕਿ ਆਪਣੇ ਲਈ ਤਾਂ ਜਿਹੜੀ ਹੈਗੀ ਸੈਲੀਬ੍ਰੇਸ਼ਨ ਜਿਹੜੀ ਹੈਗੀ ਆ ਉਹ ਇਸੇ ਤਰ੍ਹਾਂ ਹੀ ਹੈਗਾ। ਇਹ ਆਪਣੇ ਸੀਰੀਅਸ ਨਾ ਹੋਣ ਦਾ ਕਾਰਨ ਜਿਹੜਾ ਹੈਗਾ ਨਾ, ਆਪਣੇ ਬਲੈਕ ਜਿਹੜੀ ਆਪਾਂ ਕਹਿੰਦੇ ਕਿ ਬਲੈਕ ਲਾਈਵਸ ਮੈਟਰ ਜਾਂ ਬਲੈਕ ਜਿਹੜੀ ਕਮਿਊਨਿਟੀ ਆ, ਜਾਂ ਆਪਾਂ ਸਾਰੇ ਇਮੀਗ੍ਰੈਂਟਾਂ, ਆਪਾਂ ਨੂੰ ਵੀ ਜਮਹੂਰੀ ਡੈਮੋਕ੍ਰੇਟਿਕ ਹੱਕਾਂ ਦੇ ਲਈ ਖੜਨਾ ਚਾਹੀਦਾ ਹੈਗਾ। ਤੇ ਉਹਦੇ ਲਈ ਕਮਜ਼ੋਰੀ ਪਾਰਟ ਇੱਥੇ ਤਾਂ ਵੀਕ ਹੈਗਾ ਕਿਉਂਕਿ ਇੱਥੇ ਜਿਵੇਂ USA ਦੇ ਵਿੱਚ ਜਿਹੜਾ ਫੈਮਿਲੀ ਟਰੀ ਦੇ ਵਿੱਚ ਡਿਸੈਂਡੈਂਟਸ ਨੇ ਸਲੇਵਸ ਦੇ ਬੱਚੇ ਜਿਹੜੇ ਹੈਗੇ ਨੇ, ਕਮਿਊਨਿਟੀ ਹੈਗੀ ਆ, ਇਸ ਕਰਕੇ ਉਹ ਜ਼ਿਆਦਾ ਸੀਰੀਅਸ ਹੈਗੀ ਆ ਕਿ ਉੱਥੋਂ ਦੇ ਗ੍ਰੈਂਡਫਾਦਰ, ਸਾਡੇ ਗ੍ਰੈਂਡ ਪੇਰੈਂਟਸ ਜਿਹੜੇ ਨੇ ਹੋਰ ਆ ਵੀ ਉਹਨਾਂ ਨਾਲ ਹੀ ਕੁਝ ਹੋਇਆ ਹੈਗਾ। ਤੇ ਦੂਜੀ ਗੱਲ ਜਿਹੜੀ USA ਦੀ ਜਿਹੜੀ ਉਹ ਅਗਲੀ ਹੁਣ ਕਮਿਊਨਿਟੀ ਹੈਗੀ, ਵੰਸ਼ ਹੈਗੇ ਨੇ ਸਲੇਵਸ ਓਨਰ ਔਰ ਸਲੇਵਸ ਦੇ, ਉਹ ਉਸੇ ਨੇੜੇ ਤੇੜੇ ਰਹਿ ਰਹੇ ਨੇ। ਉਹ ਇਸੇ ਕਰਕੇ ਉਹਨਾਂ ਨੂੰ ਪਤਾ ਹੈਗਾ ਕਿ ਸਾਡੇ ਤੋਂ 40 ਕਿਲੋਮੀਟਰ ਦੂਰ ਸਾਡੇ ਇੱਥੇ ਖੇਤਾਂ ਦੇ ਵਿੱਚ ਸਾਡੇ ਪੜਦਾਦੇ ਦਾਦਿਆਂ ਨੂੰ ਇੱਥੇ ਇਦਾਂ ਜਬਰੀ ਕੀਤਾ ਗਿਆ। ਪਰ ਕੈਨੇਡਾ ਦੀ ਜਿਹੜੀ ਗੱਲ ਹੈ ਉਹ ਡਿਫਰੈਂਟ ਤਾਂ ਹੈਗੀ ਆ ਕਿਉਂਕਿ ਇੱਥੇ ਜਿਹੜੀ ਫੈਮਿਲੀ ਹਿਸਟਰੀ ਦੇ ਫੈਮਿਲੀ ਟਰੀ ਦੇ ਵਿੱਚ ਸਲੇਵ ਗਾਂ ਬੱਚੇ ਹੈਗੇ ਨੇ ਉਹ ਘੱਟ ਨੇ ਬਲੈਕਸ। ਇੱਥੇ ਜ਼ਿਆਦਾ ਤੌਰ ਤੇ ਜਿਹੜੇ ਹੈਗੇ ਨੇ ਉਹ ਜਦੋਂ ਕੈਨੇਡਾ ਵੱਸਦਾ ਬਾਅਦ ਵਿੱਚ ਜ਼ਿਆਦਾ ਆਵਾਜਾਈ ਸ਼ੁਰੂ ਹੁੰਦੀ ਆ, ਉਹ ਨੈਚੁਰਲੀ ਇਮੀਗ੍ਰੈਂਟਸ ਨੇ ਜਿਹੜੇ ਮਰਜ਼ੀ ਨਾਲ ਆਏ। ਤੇ ਇਸੇ ਕਰਕੇ ਜਿਹੜਾ ਹੈਗਾ ਕਿ ਉਹ ਜਿਹੜੇ ਆਪਾਂ ਇਮੀਗ੍ਰੈਂਟਸ ਹੈਗੇ ਆ, ਚਾਹੇ ਬਲੈਕ ਨੇ ਚਾਹੇ ਹੋਰ ਆ, ਉਹ ਤਾਂ ਕਰਕੇ ਜਿਹੜੀਆਂ ਇੱਥੇ ਜਿਹੜੀਆਂ ਸਲੇਵਸ ਨਾਲ ਤਸ਼ੱਦਦ ਹੋਇਆ ਹੈਗਾ ਉਹਦੇ ਲਈ ਜ਼ਿਆਦਾ ਸੀਰੀਅਸ ਨਹੀਂ ਹੈਗੇ। ਯੂਐਸ ਸੀਰੀਅਸ ਹੈਗੇ ਨੇ, ਇੱਥੇ ਸੀਰੀਅਸ ਨਹੀਂ ਹੈਗੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਉਹ ਚਾਹੇ ਬਲੈਕ ਨੇ ਬਰਾਊਨ ਨੇ ਸਾਰੇ ਬਾਹਰੋਂ ਆਏ ਹੋਏ ਨੇ, ਤਾਂ ਕਰਕੇ ਇੱਥੇ ਦੀ ਨਾਲ ਇਨਵੋਲਵ ਨਹੀਂ ਹੈਗੇ। ਤੇ ਦੂਜੀ ਗੱਲ ਹੈਗੀ ਆ ਕਿ ਜਿਹੜਾ ਇਹ ਹੁਣ ਐਮੈਂਸੀਪੇਸ਼ਨ ਡੇ ਜਿਹੜਾ ਹੁਣ ਲਿਆ ਗਵਰਨਮੈਂਟ ਨੇ, ਤੇ ਇਹਦੇ ਵਿੱਚ ਮੋਟਿਵ ਇਹਦਾ ਹੈਗਾ ਕਿ ਜਿਹੜੀ ਸਾਡੋਂ ਦੀ ਇੱਥੋਂ ਦੀ ਹਿਸਟਰੀ ਹੈਗੀ ਆ ਉਹ ਜਾਣਕਾਰੀ ਦਿੱਤੀ ਜਾਵੇ। ਤੇ 1 ਅਗਸਤ ਜਿਹੜਾ ਹੈਗਾ ਉਹ ਇਦਾਂ ਦੇ ਦਿਨ ਦੇ ਰੂਪ 'ਚ ਹੋਣਾ ਚਾਹੀਦਾ ਕਿ ਜਿਹੜੀਆਂ ਹੁਣ ਇੱਥੇ ਸਾਰੇ ਲੋਕ ਅਸੀਂ ਰਹਿ ਰਹੇ ਹਾਂ, ਸਾਡੇ ਬੱਚੇ ਨੇ ਗਾਹਾਂ, ਉਹਨਾਂ ਨੂੰ ਇੱਕ ਜਾਣਕਾਰੀ ਦਿੱਤੀ ਜਾ ਸਕੇ ਕਿ 1 ਅਗਸਤ ਵਾਲੇ ਦਿਨ ਜਿਹੜਾ ਹੈ ਪ੍ਰੋਗਰਾਮ ਕਰਕੇ ਜਾਣਕਾਰੀ ਦੇ ਕੇ ਅਸੀਂ ਦੱਸਾਂਗੇ ਲੋਕਾਂ ਨੂੰ ਕਿ ਜਿਹੜਾ ਹੈ ਕਿ ਇੱਥੋਂ ਦੀ ਸੁਸਾਇਟੀ ਦੇ ਵਿੱਚ ਵੀ ਇਹ ਸਾਰਾ ਕੁਝ ਹੁੰਦਾ ਰਿਹਾ ਹੈਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਭਾਈ ਭਰਪੇ ਨਾਲ ਮਿਲ ਕੇ, ਫਰੀਡਮ ਦੇ ਨਾਲ ਇੱਕ ਦੂਜੇ ਦੀ ਹੈਲਪ ਕਰਕੇ ਕਿਵੇਂ ਇਸ ਦੇਸ਼ ਧਰਤੀ ਜਿਹੜੀ ਹੈਗੀ ਇਹਨੂੰ ਵਿਕਸਿਤ ਕਰਨਾ। ਠੀਕ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਵਧੀਆ ਜਾਣਕਾਰੀ ਜਿਹੜੀ ਹੈ ਤੁਸੀਂ ਸਾਨੂੰ ਦਿੱਤੀ ਹੈ, ਔਰ ਅਸੀਂ ਇੱਥੇ ਅਗਲੇ ਦਿਨਾਂ 'ਚ ਵੇਖਾਂਗੇ ਕਿ ਜਦੋਂ ਇਹ ਡੇ ਮਨਾਇਆ ਜਾਇਆ ਕਰੇਗਾ ਇਹ ਇਕੱਲੀ ਸੈਲੀਬ੍ਰੇਸ਼ਨ ਰਹਿੰਦਾ ਹੈ ਜਾਂ ਵਾਕਿਆ ਹੀ ਸਾਡੀ ਹਿਸਟਰੀ ਜਿਹੜੀ ਆ ਉਹਨੂੰ ਯਾਦ ਕਰਨ ਦੇ ਦਿਨ ਵਜੋਂ ਸਾਡੇ ਸਾਹਮਣੇ ਆਉਂਦਾ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।